ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਲੌਗ 1 ਯੂਨਿਟ 1 ਦਾ ਪਾਰਟ 2 ਕਰਾਂਗੇ। ਇਕੁਇਲਿਬਰੀਅਮ ਆਫ ਫਰਮ ਐਂਡ ਇੰਡਸਟਰੀ, ਫਰਮ ਅਤੇ ਉਦਯੋਗ ਦਾ ਸੰਤੁਲਨ। ਜਿਵੇਂ ਕਿ ਅਸੀਂ ਦੇਖਿਆ ਸੀਗਾ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਪ੍ਰਾਈਸ ਡਿਟਰਮੀਨੇਸ਼ਨ ਕਿੱਥੇ ਹੁੰਦਾ ਹੈ ਤੇ ਇੱਕ ਫਰਮ ਤੇ ਇੰਡਸਟਰੀ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੁੰਦੀ ਹੈ। ਇਸ ਤੋਂ ਪਹਿਲਾਂ ਆਪਾਂ ਨੇ ਫਰਮ ਇਕੁਇਲਿਬਰੀਅਮ ਇਨ ਸ਼ਾਰਟ ਰਨ ਦੇ ਵਿੱਚ ਕੀਤਾ ਸੀ ਕਿ ਸ਼ਾਰਟ ਰਨ ਦੇ ਵਿੱਚ ਜਿਹੜੀ ਆਪਣੀ ਫਰਮ ਹੈ ਉਹ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੋਏਗੀ, ਤੇ ਉਸ ਤੋਂ ਬਾਅਦ ਆਪਾਂ ਲੌਂਗ ਰਨ ਦੇ ਵਿੱਚ ਜਿਹੜੀ ਫਰਮ ਦਾ ਇਕੁਇਲਿਬਰੀਅਮ ਹੈ ਉਹ ਦੇਖਣਾ ਹੈ ਅੱਜ, ਤੇ ਉਸ ਤੋਂ ਬਾਅਦ ਇੰਡਸਟਰੀ ਦਾ ਸ਼ਾਰਟ ਰਨ ਤੇ ਲੌਂਗ ਰਨ ਇਕੁਇਲਿਬਰੀਅਮ। ਇਸ ਦਾ ਕੁਝ ਪਾਰਟ ਹੈ ਜਿਹੜਾ ਆਪਾਂ ਪਹਿਲੇ ਟੌਪਿਕ ਦੇ ਵਿੱਚ ਕਰ ਚੁੱਕੇ ਹਾਂ। ਅੱਜ ਪਹਿਲਾਂ ਆਪਾਂ ਨੂੰ ਇੱਕ ਵਾਰ ਰਿਵਾਈਜ਼ ਕਰ ਲਈਏ ਤੇ ਉਸ ਤੋਂ ਬਾਅਦ ਜੋ ਆਪਣਾ ਟੌਪਿਕ ਪੈਂਡਿੰਗ ਸੀਗਾ ਆਪਾਂ ਉਹਨੂੰ ਅੱਗੇ ਸਟਾਰਟ ਕਰਦੇ ਹਾਂ। ਤਾਂ ਇਸ ਦੇ ਵਿੱਚ ਜੋ ਅਸੀਂ ਪੜ੍ਹ ਚੁੱਕੇ ਹਾਂ, ਸਭ ਤੋਂ ਪਹਿਲਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਆਪਾਂ ਫਰਮ ਦਾ ਇਕੁਇਲਿਬਰੀਅਮ ਦੇਖਣਾ ਸੀ ਕਿ ਕੋਈ ਵੀ ਫਰਮ ਪਰਫੈਕਟ ਕੰਪੀਟੀਸ਼ਨ, ਤੁਹਾਨੂੰ ਪਤਾ ਹੈ ਕਿ ਮਾਰਕੀਟ ਦੀ ਉਹ ਸਿਚੁਏਸ਼ਨ ਹੈ ਜਿਹਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ ਤੇ ਹੋਮੋਜੀਨੀਅਸ ਪ੍ਰੋਡਕਟ ਹੁੰਦਾ ਤੇ ਪ੍ਰਾਈਸ ਹੈ ਜਿਹੜਾ ਉਹ ਇੰਡਸਟਰੀ ਫਿਕਸ ਕਰਦੀ ਹੈ ਤੇ ਸਾਰੀਆਂ ਫਰਮਸ ਨੂੰ ਉਸੇ ਪ੍ਰਾਈਸ ਤੇ ਆਪਣੇ ਗੁੱਡਸ ਨੂੰ ਸੇਲ ਕਰਨਾ ਪੈਂਦਾ ਹੈ। ਤੇ ਉਸ ਤੋਂ ਬਾਅਦ ਕਹਿੰਦੇ ਆ ਗਰੁੱਪ ਆਫ ਫਰਮਸ ਮਿਲ ਕੇ ਕੀ ਬਣਾਉਂਦੀਆਂ ਨੇ, ਇੱਕ ਇੰਡਸਟਰੀ ਬਣਾਉਂਦੀਆਂ ਨੇ। ਤਾਂ ਫਰਮ ਕਹਿੰਦੇ ਕੋਈ ਵੀ ਫਰਮ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਦੋਂ ਵੀ ਪ੍ਰੋਡਕਸ਼ਨ ਕਰਦੀ ਹੈ ਤਾਂ ਉਹ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੋਏਗੀ। ਤਾਂ ਇੱਥੇ ਆਪਾਂ ਨੇ ਡੈਫੀਨੇਸ਼ਨ ਦੇਖੀ ਸੀ ਪ੍ਰੋਫੈਸਰ ਹੈਂਸਨ ਦੇ ਸ਼ਬਦਾਂ ਦੇ ਵਿੱਚ, ਇੱਕ ਫਰਮ ਉਸ ਸਮੇਂ ਸੰਤੁਲਨ ਵਿੱਚ ਹੋਵੇਗੀ ਜਦੋਂ ਉਤਪਾਦਨ ਵਿੱਚ ਕਮੀ ਜਾਂ ਵਾਧਾ ਕਰਨਾ ਉਸ ਦੇ ਲਈ ਲਾਭਕਾਰੀ ਨਹੀਂ ਹੋਏਗਾ। ਇਸ ਕੋਈ ਵੀ ਫਰਮ ਉਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ ਜਦੋਂ ਆਪਣੇ ਉਹ ਪ੍ਰੈਜ਼ੈਂਟ ਬਿਹੇਵੀਅਰ ਨੂੰ ਸਭ ਤੋਂ ਵਧੀਆ ਮੰਨਦੀ ਆ, ਨਾ ਤਾਂ ਉਹ ਆਪਣੇ ਪ੍ਰੈਜ਼ੈਂਟ ਬਿਹੇਵੀਅਰ ਦੇ ਵਿੱਚ ਕੋਈ ਵੀ ਚੇਂਜ ਕਰਨਾ ਪਸੰਦ ਕਰਦੀ ਹੈ ਤੇ ਆਊਟਪੁੱਟ ਵੀ ਉਹ ਓਨੀ ਹੀ ਰੱਖਦੀ ਹੈ ਜਿੰਨੀ ਉਹ ਕਰ ਰਹੀ ਹੈ। ਤੇ ਉਸ ਤੋਂ ਬਾਅਦ ਦੇਖਿਆ ਸੀ ਆਪਾਂ ਨੇ ਫਰਮ ਦੇ ਸੰਤੁਲਨ ਦੀਆਂ ਸ਼ਰਤਾਂ, ਕੰਡੀਸ਼ਨਸ ਆਫ ਫਰਮ ਇਕੁਇਲਿਬਰੀਅਮ, ਕਿ ਫਰਮ ਦੇ ਸੰਤੁਲਨ ਦੀਆਂ ਜਿਹੜੀਆਂ 3 ਕੰਡੀਸ਼ਨ ਸੀਗੀਆਂ ਉਹ ਨੇ, ਫਰਸਟ ਇਜ਼ ਫਰਮ ਨੂੰ ਕਹਿੰਦੇ ਅਧਿਕਤਮ ਲਾਭ ਹੋਣਾ ਚਾਹੀਦਾ ਹੈ। ਇੱਕ ਫਰਮ ਉਦੋਂ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੁੰਦੀ ਹੈ ਜਦੋਂ ਉਹਨੂੰ ਮੈਕਸਿਮਮ ਸੈਟੀਸਫੈਕਸ਼ਨ ਹੋਵੇ। ਐਂਡ ਸੈਕੰਡ ਇਜ਼ ਕਹਿੰਦੇ ਜਦੋਂ ਮਾਰਜਨਲ ਕਾਸਟ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ ਹੋਵੇ। ਤੇ ਮਾਰਜਨਲ ਕਾਸਟ ਤੇ ਮਾਰਜਨਲ ਰੈਵਨਿਊ ਤਾਂ ਮੈਂ ਦੱਸਿਆ ਸੀਗਾ ਕਿ ਇੱਕ ਯੂਨਿਟ ਜਦੋਂ ਆਪਾਂ ਐਕਸਟਰਾ ਪ੍ਰੋਡਿਊਸ ਕਰਦੇ ਆ ਤਾਂ ਉਹਤੇ ਜੋ ਲਾਗਤ ਆਉਂਦੀ ਹੈ ਡੈਟ ਇਜ਼ ਕਾਲਡ ਮਾਰਜਨਲ ਕਾਸਟ, ਐਂਡ ਇੱਕ ਯੂਨਿਟ ਜਦੋਂ ਆਪਾਂ ਜ਼ਿਆਦਾ ਸੇਲ ਕਰਦੇ ਆ ਤਾਂ ਉਸ ਦੇ ਥਰੂ ਜੋ ਰੈਵਨਿਊ ਮਿਲਦਾ ਸਾਨੂੰ that is called marginal revenue। ਤੇ marginal cost ਤੇ marginal revenue ਜਿੱਥੇ ਇਕੁਅਲ ਨੇ ਉੱਥੇ ਫਰਮ ਇਕੁਇਲਿਬਰੀਅਮ ਦੇ ਵਿੱਚ ਹੈ। ਐਂਡ ਥਰਡ ਕੰਡੀਸ਼ਨ ਕੀ ਸੀ, ਜਿਹੜੀ ਆਪਣੀ MC ਸੀਗੀ ਮਾਰਜਨਲ ਕਾਸਟ, ਉਹ MR ਕਰਵ ਨੂੰ ਨੀਚੇ ਤੋਂ ਕੱਢਦੀ ਹੋਈ ਉੱਪਰ ਵੱਲ ਜਾਣੀ ਚਾਹੀਦੀ ਹੈ। ਥੀਸ ਆਰ ਦ 3 ਕੰਡੀਸ਼ਨਸ ਆਫ ਫਰਮ ਇਕੁਇਲਿਬਰੀਅਮ। ਤੇ ਉਸ ਤੋਂ ਬਾਅਦ 2 ਅਪਰੋਚਸ ਸੀਗੀਆਂ ਜਿਹਦੇ ਥਰੂ ਆਪਾਂ ਫਰਮ ਇਕੁਇਲਿਬਰੀਅਮਸ ਦੱਸ ਸਕਦੇ ਹਾਂ। ਤਾਂ ਫਰਸਟ ਅਪਰੋਚਸ ਕੀ ਸੀਗੀ, ਟੋਟਲ ਕਾਸਟ ਐਂਡ ਟੋਟਲ ਜਿਹੜਾ ਹੈ ਆਪਣਾ ਐਕਸਪੈਂਡੀਚਰ ਮੈਥਡਸ, ਮੀਨਸ ਟੋਟਲ ਕਾਸਟ ਐਂਡ ਟੋਟਲ ਰੈਵਨਿਊ ਮੈਥਡ, ਠੀਕ ਹੈ। ਐਂਡ ਸੈਕੰਡ ਇਜ਼ ਅ ਮਾਰਜਨਲ ਕਾਸਟ ਐਂਡ ਮਾਰਜਨਲ ਰੈਵਨਿਊ, ਜਿਹੜਾ ਹੈ ਆਪਣਾ ਮਾਰਜਨਲ ਕਾਸਟ ਐਂਡ ਮਾਰਜਨਲ ਰੈਵਨਿਊ ਮੈਥਡ, ਠੀਕ ਹੈ। these are 2 methods ਜਿਹਦੇ ਥਰੂ ਫਰਮ ਇਕੁਇਲਿਬਰੀਅਮ ਦੇਖ ਸਕਦੇ ਹਾਂ। ਐਂਡ ਫਰਸਟਲੀ ਕਹਿੰਦੇ ਆਪਾਂ ਨੇ ਦੇਖਿਆ ਸੀਗਾ ਟੋਟਲ ਕਾਸਟ ਐਂਡ ਟੋਟਲ ਰੈਵਨਿਊ ਅਪਰੋਚਸ ਦੇ ਥਰੂ ਆਪਣਾ ਜੋ ਹੈ ਇਕੁਇਲਿਬਰੀਅਮ। ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਕਸਿਮਮ ਪ੍ਰੋਫਿਟ ਇੱਕ ਫਰਮ ਉਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ ਜਦੋਂ ਉਹ ਮੈਕਸਿਮਮ ਪ੍ਰੋਫਿਟ ਅਰਨ ਕਰੇਗੀ। ਤਾਂ ਮੈਕਸਿਮਮ ਪ੍ਰੋਫਿਟ ਕਹਿੰਦੇ ਕਦੋਂ ਹੁੰਦਾ ਹੈ, ਪ੍ਰੋਫਿਟ ਇਜ਼ ਅ ਡਿਫਰੈਂਸ ਬਿਟਵੀਨ ਟੋਟਲ ਰੈਵਨਿਊ ਐਂਡ ਟੋਟਲ ਕਾਸਟ। TR is the total revenue and TC is the total cost। ਜਦੋਂ ਦਾ ਡਿਫਰੈਂਸ ਜ਼ਿਆਦਾ ਹੋਏਗਾ ਤਾਂ ਇਟਸ ਮੀਨਸ ਪ੍ਰੋਫਿਟ ਜ਼ਿਆਦਾ ਹੈ। ਜਿੱਥੇ TR is equal to TC ਹੈ that means ਕਿ ਆਪਣੀ ਫਰਮ ਹੈ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖਿਆ ਸੀ, TR is the total revenue curve and TC is the total cost curve। ਰੈਵਨਿਊ ਕਰਵ ਹੈ ਜਿਹੜੀ ਆਪਣੀ ਕਾਂਸਟੈਂਟ 45 ਡਿਗਰੀ ਐਂਗਲ ਤੇ ਲੈਫਟ ਰਾਈਟ ਅਪਵਰਡ ਹੈ ਐਂਡ TC ਆਪਣੀ ਇੰਕਰੀਜ਼ ਡਿਕਰੀਜ਼ ਹੋ ਰਹੀ ਹੈ एंड TPC अपनी की दिखा रही है, टोटल प्रोडक्शन दिखा रही है। तो इस तुम देख सकते हो OX ते आउटपुट एंड OY ते कॉस्ट रेवेन्यू एंड प्रॉफिट दिखाया हुआ है। ते जो अपना TC Y एक्सिस तो स्टार्ट हो रहा है एंड TR ओरिजिन तो स्टार्ट हो रही है। टोटल रेवेन्यू 0 हो सकता है लेकिन टोटल कॉस्ट अपनी 0 नहीं हो सकती क्योंकि फिक्स्ड कॉस्ट कुछ ना कुछ होंगी है। तो तुम इतने देख सकते हो कि पहला जी अपनी TR है O तो A पॉइंट तक, O तो A पॉइंट तक TR ग्रेटर देन TC है, मतलब TC ग्रेटर देन TR है। टोटल कॉस्ट टोटल रेवेन्यू दे नालों ज्यादा है तो इट्स मींस ਆਪਾਂ ਉੱਥੇ ਕੀ ਹੈ लॉस ਬੀਅਰ ਕਰ ਰਹੇ ਹਾਂ।
ਤੇ A ਪੁਆਇੰਟ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ TC ਇਜ਼ ਇਕੁਅਲ ਟੂ TR ਹੈ ਤੇ A ਪੁਆਇੰਟ ਤੋਂ ਬਾਅਦ ਅਗਰ ਆਪਾਂ M1 ਤੇ M2 ਆਊਟਪੁੱਟ ਆਪਣੀ ਇੰਕਰੀਜ਼ ਕਰਦੇ ਆ ਤਦ ਆਪਣਾ ਕੀ ਹੁੰਦਾ ਹੈ ਰੈਵਨਿਊ ਇੰਕਰੀਜ਼ ਹੁੰਦਾ ਹੈ ਰੈਵਨਿਊ ਗ੍ਰੇਟਰ ਦੈਨ TC ਹੈ ਟੋਟਲ ਕਾਸਟ है RS रेवेन्यू है जरा अपना ज्यादा है M आउटपुट तो ठीक है M आउटपुट प्रोड्यूस कर रहे हैं RS अपना प्रॉफिट है एंड जरा अपना SM है दिस इज अ cost and RM is a total revenue तो RM ਦੇ ਵਿੱਚੋਂ SM ਕੱਢਾਂਗੇ that is a RS ਕੀ ਆਪਣਾ ਪ੍ਰੋਫਿਟ ਹੈ ਤਾਂ ਨੀਚੇ ਆਪਾਂ ਦੇਖ ਸਕਦੇ ਹਾਂ M ਜਿਹੜੀ ਆਊਟਪੁੱਟ ਹੈ ਉਹ ਤੇ ਆਪਣਾ ਜਿਹੜਾ ਪ੍ਰੋਫਿਟ ਹੈ ਉਹ ਉੱਪਰ ਹੈ ਪ੍ਰੋਫਿਟ ਜ਼ਿਆਦਾ ਹੈ एंड M2 ਤੇ ਆਪਣਾ ਪ੍ਰੋਫਿਟ 0 ਹੈ ਮੀਨਸ ਲਾਸ ਵੀ 0 ਹੈ ਤਾਂ ਉੱਥੇ ਕੀ ਹੈ TR TC ਹੈ ਉੱਪਰ B ਪੁਆਇੰਟ ਤੇ ਤਾਂ B ਪੁਆਇੰਟ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਕਹਿੰਦੇ ਫਰਮ ਇਕੁਇਲਿਬ੍ਰੀਅਮ ਦੇ ਵਿੱਚ ਹੈ ਉੱਥੇ ਵੀ ਕਹਿੰਦੇ ਐਂਡ RS ਜਿੱਥੇ ਮੈਕਸਿਮਮ ਪ੍ਰੋਫਿਟ ਗੇਨ ਕਰ ਰਹੀ ਉੱਥੇ ਵੀ ਫਰਮ ਕਿਹਦੇ ਵਿੱਚ ਹੈ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ ਐਂਡ ਦ ਨੈਕਸਟ ਇਜ਼ ਸੈਕੰਡ ਮੈਥਡ ਜਿਹਦੇ ਥਰੂ ਆਪਾਂ ਆਪਣਾ ਜਿਹੜਾ ਹੈ ਫਰਮ ਇਕੁਇਲਿਬ੍ਰੀਅਮ ਦੱਸ ਸਕਦੇ ਹਾਂ ਦੈਟ ਇਜ਼ ਅ ਟੋਟਲ ਮਾਰਜਨਲ ਰੈਵਨਿਊ ਐਂਡ ਮਾਰਜਨਲ ਕਾਸਟ ਮੈਥਡ ਹੁਣ ਦੇਖੋ ਕਹਿੰਦੇ ਜਿੱਥੇ MC MR ਹੋਵੇ ਉੱਥੇ ਇੱਕ ਫਰਮ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਹੁੰਦੀ ਹੈ ਇੱਥੇ OX ਅਕਸ਼ ਤੇ ਆਊਟਪੁੱਟ ਐਂਡ OY ਤੇ ਮਾਰਜਨਲ ਕਾਸਟ ਐਂਡ ਰੈਵਨਿਊ ਲਿਖਤਾ ਹੋਇਆ ਹੈ MC ਇਜ਼ ਅ ਮਾਰਜਨਲ ਕਾਸਟ ਕਰਵ ਐਂਡ MR ਇਜ਼ ਅ ਮਾਰਜਨਲ ਰੈਵਨਿਊ ਕਰਵ ਐਂਡ E ਪੁਆਇੰਟ ਜਿੱਥੇ ਕੱਟ ਕਰ ਰਹੀਆਂ ਨੇ ਇੱਕ ਦੂਸਰੇ ਨੂੰ ਤਾਂ ਉੱਥੇ ਕਿ ਦੈਟ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ MC ਕੀ ਹੈ MR ਹੈ ਜੇ ਆਪਾਂ ਇਸ ਤੋਂ ਪਹਿਲਾਂ ਜਿੱਥੇ x ਪ੍ਰੋਡਕਸ਼ਨ ਹੋ ਰਹੀ ਹੈ ਉੱਥੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਤੇ ਨੇ ਐਂਡ x ਤੋਂ ਪਹਿਲਾਂ ਜਦੋਂ x1 ਪ੍ਰੋਡਕਸ਼ਨ ਹੋ ਰਹੀ ਹੈ ਤਾਂ mr ਕੀ ਹੈ ਗ੍ਰੇਟਰ ਦੈਨ mc ਹੈ मतलब अपना मार्जिनल रेवेन्यू मार्जिनल कॉस्ट तो ज्यादा है मींस प्रॉफिट ज्यादा है तब एक फर्म कहते अपनी प्रोडक्शन बनाएगी x1 तो x तक कर प्रोड्यूस करेगी तो x पे अपना है कि इक्विलिब्रियम दी पोजीशन अगर कहते x2 प्रोडक्शन कर रही है तो उत्थे किया मार्जिनल कॉस्ट मार्जिनल रेवेन्यू दे नालों ज्यादा है कितनी कॉस्ट ज्यादा है lm कॉस्ट ज्यादा है mx2 रेवेन्यू दे नालों तो दैट मींस लॉस हो रहा है तो लॉस होएगा अगर mc ग्रेटर देन mr होएगी तो फर्म अपनी प्रोडक्शन कट कर देगी x2 तो x से आ जाएगी जिथे इक्विलिब्रियम दी पोजीशन है ਇੱਥੇ ਵੀ ਇੱਕ ਫਰਮ ਕਿਤੇ ਵਿੱਚ ਹੈ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਇਸ ਤੋਂ ਬਾਅਦ ਨੈਕਸਟ ਹੈ ਆਪਣਾ ਕਹਿੰਦੇ ਥਰਡ ਜਿਹੜਾ ਕੰਡੀਸ਼ਨ ਸੀਗੀ ਕਿ MC MR ਨੂੰ ਨੀਚੇ ਤੋਂ ਕੱਟ ਕਰੇਗੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਫਰਮਸ ਇਕੁਇਲਿਬ੍ਰੀਅਮ ਸ਼ੋ ਕੀਤਾ ਹੋਇਆ ਹੈ OX ਅਕਸ਼ ਤੇ ਆਊਟਪੁੱਟ ਐਂਡ OY ਤੇ रेवेन्यू एंड कॉस्ट दिखाया हुआ है PP इज द प्राइस लाइन ठीक है एंड OM क्वांटिटी ਦੇ ਤੁਸੀਂ ਦੇਖ ਸਕਦੇ ਹੋ ਜਿਹੜੀ MR ਕਰਵ ਹੈ ਉਹਨੂੰ MC ਕਰਵ ਨੀਚੇ ਤੋਂ ਕੱਟ ਕਰ ਰਹੀ ਹੈ A ਪੁਆਇੰਟ ਤੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੈ ਜਿੱਥੇ MR MC ਹੈ ਐਂਡ ਉਸ ਤੋਂ ਬਾਅਦ ਆਪਣਾ MR ग्रेटर देन MC है बीस प्रॉफिट ज्यादा है ए तो E पॉइंट तक E पॉइंट ਤੇ ਫਿਰ ਕਹਿੰਦੇ ਜਿੱਥੇ M ਪ੍ਰੋਡਕਸ਼ਨ ਹੋ ਰਹੀ ਹੈ OM ਪ੍ਰੋਡਕਸ਼ਨ ਹੋ ਰਹੀ ਹੈ ਤੇ MC MR ਨੂੰ ਨੀਚੇ ਤੋਂ ਕੱਟ ਕਰੇ this is also equilibrium point ਉੱਥੇ ਵੀ MR MC ਹੈ ਤਾਂ ਆਪਣੀ ਪ੍ਰੋਡਕਸ਼ਨ ਆਪਾਂ OM ਤੱਕ ਨਹੀਂ ਕਰਾਂਗੇ OM ਤੋਂ ਇਨਕਰੀਜ਼ ਕਰਾਂਗੇ OM ਤੱਕ ਕਰਾਂਗੇ ਐਕਚੁਅਲ ਦੇ ਵਿੱਚ ਕਿਉਂਕਿ ਆਪਣੀ ਜਿਹੜੀ OM ਤੋਂ ਬਾਅਦ ਜਿਹੜੀ ਆਪਣੀ ਟੋਟਲ ਰੈਵਨਿਊ ਇਨਕਰੀਜ਼ ਹੋ ਰਿਹਾ ਟੋਟਲ ਕਾਸਟ ਦੇ ਨਾਲੋਂ ਪ੍ਰੋਫਿਟ ਜ਼ਿਆਦਾ ਹੈ ਤਾਂ ਹਰ ਇੱਕ ਫਰਮ ਕਹਿੰਦੇ ਆਪਣੀ ਪ੍ਰੋਡਕਸ਼ਨ ਵਧਾਏਗੀ OM ਤੱਕ ਤੇ OM ਤੋਂ ਬਾਅਦ ਪ੍ਰੋਡਕਸ਼ਨ ਨਹੀਂ ਵਧਾਏਗੀ ਕਿਉਂਕਿ ਉਸ ਤੋਂ ਬਾਅਦ E ਪੁਆਇੰਟ ਤੋਂ ਬਾਅਦ ਆਪਣੀ MC ग्रेटर देन MR हो रही है मतलब कॉस्ट ग्रेटर देन रेवेन्यू है तो इट्स मींस अपना जरा प्रॉफिट है वो कट रहा है ठीक है लॉस स्टार्ट हो रहा है उस तो बाद नेक्स्ट अपना ਸ਼ਾਰਟ ਰਨ ਦੇ ਵਿੱਚ ਕਹਿੰਦੇ ਤੁਹਾਨੂੰ ਪਤਾ ਹੈ ਕਿ ਸ਼ਾਰਟ ਰਨ ਦੇ ਵਿੱਚ ਕੀ ਹੁੰਦੀਆਂ ਨੇ ਜਿਹੜੀਆਂ ਫਰਮਸ ਹੁੰਦੀਆਂ ਨੇ ਉਹ ਆਪਣੀ ਐਡਜਸਟਿੰਗ ਕੈਪੈਸਿਟੀ ਤੱਕ ਜਿਹੜੀ ਆਪਣੀ ਪ੍ਰੋਡਕਸ਼ਨ ਉਹ ਇਨਕਰੀਜ਼ ਕਰ ਸਕਦੀਆਂ ਨੇ ਤੇ ਸ਼ਾਰਟ ਰਨ ਦੇ ਵਿੱਚ ਕਹਿੰਦੇ ਇੱਕ ਫਰਮ ਕਹਿੰਦੇ 3 ਕੰਡੀਸ਼ਨਸ ਦੇ ਵਿੱਚ ਹੋਏਗੀ 3 ਸਿਚੁਏਸ਼ਨਸ ਦੇ ਵਿੱਚ फर्स्ट इज अ सुपर नॉर्मल प्रॉफिट सुपर नॉर्मल प्रॉफिट की ਹੁੰਦਾ सुपर नॉर्मल प्रॉफिट ਦੇ ਵਿੱਚ ਕਹਿੰਦੇ ਸੇਮ 3 ਕੰਡੀਸ਼ਨਸ ਦੀਆਂ ਨੇ ਫਰਸਟ ਇਜ਼ ਕਹਿੰਦੇ MC MR ਹੋਏਗਾ ਐਂਡ ਉਸ ਤੋਂ ਬਾਅਦ MC MR ਨੂੰ ਨੀਚੇ ਤੋਂ ਕੱਟ ਕਰੇਗਾ ਐਂਡ AR ਐਵਰੇਜ ਰੈਵਨਿਊ ਦੇ ਥਰੂ ਆਪਾਂ ਨੇ ਆਪਣਾ ਚੈੱਕ ਕਰਨਾ ਹੈ ਕਿ ਸੁਪਰ ਨॉर्मल प्रॉफिट ਹੈ नॉर्मल प्रॉफिट ਹੈ ਜਾਂ ਫਿਰ ਲਾਸ ਹੈ ਤੇ ਜਿਹੜੀ AR ਹੈ ਐਵਰੇਜ ਰੈਵਨਿਊ ਗ੍ਰੇਟਰ ਦੈਨ ਐਵਰੇਜ ਕਾਸਟ ਹੈ ਐਵਰੇਜ ਰੈਵਨਿਊ ਤੁਹਾਨੂੰ ਪਤਾ ਹੀ ਹੈ ਪਰ ਯੂਨਿਟ तो मिलने वाली इनकम एंड एवरेज कॉस्ट पर यूनिट दी प्रोडक्शन ਅਤੇ OX ਅਕਸ਼ ਤੇ ਆਊਟਪੁੱਟ ਲਿਖੀ ਹੋਈ ਹੈ OY ਤੇ ਰੈਵਨਿਊ ਐਂਡ ਕਾਸਟ ਲਿਖਤਾ ਹੋਇਆ ਹੈ ਤੇ ਆਪਣੀ ਜਿਹੜੀ PP ਕਰਵ ਹੈ ਦਿਸ ਇਜ਼ ਅ ਪ੍ਰਾਈਸ ਲਾਈਨ ਕਰਵ ਜੋ ਆਪਣੀ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਦੇ ਦੁਆਰਾ ਫਿਕਸ ਕੀਤੀ ਗਈ ਹੈ
ठीक है। एंड अपनी जी एम आर ते ए आर कर्व भी यही है, तो एम सी ए नीचे तो ई पॉइंट ते कट कर रहे हैं, तो ई इज अ इक्विलिब्रियम पॉइंट एंड ई तो नीचे ड्रॉ करांगे लाइन, तो ए सी बनावांगे, तो अपना की है जो ई ए बी पी शेडेड एरिया है, दिस इज अ सुपर नॉर्मल प्रॉफिट, ठीक है, क्योंकि कहते रेवेन्यू ग्रेटर देन एवरेज कॉस्ट है, मतलब अपनी जी टोटल कॉस्ट है वो कितनी है ए एम एंड टोटल रेवेन्यू कितना है ई एम, जहाँ पर कह सकते हैं ई एम ओ बी दिस इज अ टोटल रेवेन्यू एंड ए एम ओ बी दिस इज अ एवरेज कॉस्ट, तो ਆਪਾਂ ਇਹਨਾਂ ਦੇ ਵਿੱਚੋਂ ਪੀ ਈ ਐਮ ਓ ਦੇ ਵਿੱਚੋਂ ओ बी ए एम माइनस करांगे तो अपने कोल पी ई ए बी रह जाएगा, दिस इज अ सुपर नॉर्मल प्रॉफिट, क्योंकि ए आर ग्रेटर देन एम ए सी है। एंड द सैकंड इज कहते एक फर्म है ਜਿਹੜੀ ਉਹ ਨਾਰਮਲ ਪ੍ਰੋਫਿਟ ਵੀ ਬੀਅਰ ਕਰ ਸਕਦੀ ਹੈ ਸ਼ਾਰਟ ਰਨ ਦੇ ਵਿੱਚ, ਨਾਰਮਲ ਪ੍ਰੋਫਿਟ ਦੇ ਵਿੱਚ ਕਹਿੰਦੇ ਕੀ ਹੋਏਗਾ ਏ ਆਰ ਇਕੁਅਲ ਟੂ ਏ ਸੀ ਹੋਏਗੀ, ਐਵਰੇਜ ਕਾਸਟ ਜਿੰਨੀ ਹੋਏਗੀ ਉਨਾ ਹੀ ਐਵਰੇਜ ਰੈਵਨਿਊ ਹੋਏਗਾ। ਇੱਥੇ ਤੁਸੀਂ ਦੇਖ ਸਕਦੇ ਹੋ x से आउटपुट लिखी हुई है एंड ओ वाई का रेवेन्यू एंड कॉस्ट लिखा हुआ है, पीपी इज द प्राइस लाइन एंड ए आर एंड एम आर तो इक्वल है, ए सी इज द एवरेज कॉस्ट, एम सी उसको नीचे तो कट कर रही है, एम सी एम आर को नीचे तो कट करेगी, तो ਇੱਥੇ ਕੀ ਆ ए सी ਤੇ ए आर एम आर एम सी इक्वल ने, तो दैट इज द इक्विलिब्रियम पॉइंट ई, तो जिथे की नॉर्मल प्रॉफिट है ਜਿਹੜਾ फर्म अर्न कर रही है, क्योंकि जितना एवरेज रेवेन्यू है उन्नी वो एवरेज कॉस्ट है। एंड दिस इज द मिनिमम लॉस, कहते एक फर्म जो मिनिमम लॉस बीयर कर रही होवे ऑनली फिक्स फैक्टर्स का लॉस बीयर कर रही होवे और ते ਜਿਹੜੇ ਐਵਰੇਜ ਵੇਰੀਏਬਲ ਕਾਸਟ ਹੈ ਉਹਦੀ ਅਰਨ ਹੋ ਰਹੀ ਹੁੰਦੀ ਆ, ਤਾਂ ਦਿਸ ਇਜ਼ ਦਾ ਮਿਨੀਮਮ ਲਾਸ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜੀ ਆਪਣੀ ਐਵਰੇਜ ਰੈਵਨਿਊ ਤੇ ਮਾਰਜਨਲ ਰੈਵਨਿਊ ਕਰਵ ਹੈ ਇਹ ਸੀ ਉਸ ਤੋਂ ਅਬਵ ਹੈ, ਤਾਂ ਅਬਵ ਹੈ ਐਵਰੇਜ ਕਾਸਟ ਐਵਰੇਜ ਰੈਵਨਿਊ ਕਰਵ ਦਾ, ਤਾਂ ਇਟਸ ਮੀਨਸ ਕੀ ਕਾਸਟ ਜ਼ਿਆਦਾ ਹੈ ਰੈਵਨਿਊ ਦੇ ਨਾਲੋਂ, ਤਾਂ ਕਿ ਲਾਸ ਹੋ ਰਿਹਾ ਹੈ। ਕਿੰਨੀ ਕਾਸਟ ਜ਼ਿਆਦਾ ਹੈ ਜਿਹੜੀ ਏ ਈ ਪੀ ਬੀ ਦਿਸ ਇਜ਼ ਅ ਸ਼ੇਡਡ ਏਰੀਆ, ਤਾਂ ਇਹ ਜਿਹੜੀ ਕਾਸਟ ਹੈ ਆਪਣੀ ਰੈਵਨਿਊ ਦੇ ਨਾਲੋਂ ਏ ਆਰ ਤੇ ਐਮ ਆਰ ਦੇ ਨਾਲੋਂ ਜ਼ਿਆਦਾ ਹੈ, ਤਾਂ ਇਹਨੂੰ ਆਪਾਂ ਮਿਨੀਮਮ ਲਾਸ ਕਹਾਂਗੇ। अगर कहते अपनी जी प्राइस घट जाए इंडस्ट्री के द्वारा जो फिक्स की गई है, तो अपना न्यू इक्विलिब्रियम बनता एफ का इतने फर्म इक्विलिब्रियम ते एफ पॉइंट ते है, तो अपनी क्वांटिटी जी घट के एम तो एम तक रह जाती है, जिथे एवरेज वेरिएबल कॉस्ट है जी वो एम आर ते ए आर दे इक्वल है, मतलब सिर्फ एवरेज वेरिएबल कॉस्ट कवर हो रही है। अगर आप ओ एफ तो क्वांटिटी ओ एफ बताते हैं तो ए बी सी डी कवर नहीं होएगी, तो इट्स मींस अपना जड़ा है शटडाउन पॉइंट एफ पॉइंट पे होएगा, एफ पॉइंट तो बाद वो एफ प्रोडक्शन तो बाद आप ज्यादा प्रोडक्शन नहीं करेंगे, तो दिस इज अ मिनिमम लॉस। ਇਹ ਸੀਗੀਆਂ ਕਿ ਸ਼ਾਰਟ ਟਰਮ ਦੇ ਵਿੱਚ ਆਪਣੀ ਜਿਹੜੀ ਫਰਮ ਹੈ ਉਹ ਇਹ 3 ਸਿਚੁਏਸ਼ਨਸ ਦੇ ਵਿੱਚ ਹੋਏਗੀ, ਕੋਈ ਵੀ ਫਰਮ 3 ਰਿਸਕ ਦੇ ਜਿਹੜੇ ਬੀਅਰ ਕਰਨੀ ਹੋਏਗੀ। ਐਂਡ ਸ਼ਟਡਾਊਨ ਪੁਆਇੰਟ ਤੁਹਾਨੂੰ ਪਤਾ ਹੈ ਦਿਸ ਇਜ਼ ਐਫ ਪੁਆਇੰਟ, ਤੇ ਉਸ ਤੋਂ ਬਾਅਦ ਸੀਗਾ ਆਪਣਾ ਨੈਕਸਟ ਟੌਪਿਕਸ ਜੋ ਆਪਾਂ ਨੇ ਅੱਜ ਕਰਨਾ ਸੀਗਾ, that is a ਦੀਰਘਕਾਲੀਨ ਵਿੱਚ ਫਰਮ ਦੇ ਸੰਤੁਲਨ ਦਾ ਨਿਰਧਾਰਨ। ਸ਼ਾਰਟ ਰਨ ਦੇ ਵਿੱਚ ਹੋ ਗਿਆ ਸੀਗਾ ਕਿ ਸ਼ਾਰਟ ਰਨ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕਹਿੰਦੇ ਜਿਹੜੀ ਵੀ ਫਰਮ ਹੈ ਉਹ 3 ਸਿਚੁਏਸ਼ਨਸ हैंडल करेगी, ਜਾਂ ਤਾਂ ਉਹ ਸੁਪਰ ਨਾਰਮਲ ਪ੍ਰੋਫਿਟ अर्न ਕਰੇਗੀ ਜਾਂ ਨਾਰਮਲ ਪ੍ਰੋਫਿਟ ਜਾਂ ਫਿਰ ਮਿਨੀਮਮ ਲਾਸ ਸੌਰੀ। ਉਸ ਤੋਂ ਬਾਅਦ ਡਿਟਰਮੀਨੇਸ਼ਨ ਆਫ ਲੌਂਗ ਰਨ ਇਕੁਇਲਿਬ੍ਰੀਅਮ ਆਫ ਦਾ ਫਰਮ, ਕਹਿੰਦੇ ਕਿਸੇ ਵੀ ਇੰਡਸਟਰੀ ਦੇ ਦੁਆਰਾ ਲੌਂਗ ਰਨ ਇਕੁਇਲਿਬ੍ਰੀਅਮ ਹੈ ਜਿਹੜਾ ਉਹ ਕਿੱਥੇ ਹੋਏਗਾ, ਕਿਸੇ ਵੀ ਆਪਣੀ ਜੋ ਫਰਮ ਹੈ ਉਹ ਲੌਂਗ ਰਨ ਦੇ ਵਿੱਚ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੋਏਗੀ ਤੇ ਕਿਸ ਪੋਜੀਸ਼ਨ ਦੇ ਵਿੱਚ ਹੋਏਗੀ। ਕਹਿੰਦੇ ਲੌਂਗ ਰਨ ਰੈਫਰਸ ਟੂ ਦੈਟ ਪੀਰੀਅਡ ਇਨ ਵਿਚ the producers get sufficient time to adjust their supplies according to the changed conditions of demand। ਤੁਹਾਨੂੰ ਪਤਾ ਹੈ ਕਿ ਲੌਂਗ ਰਨ ਉਹ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਆਪਣਾ ਸਪਲਾਇਰ ਹੈ ਉਹ ਸਪਲਾਈ ਨੂੰ ਐਡਜਸਟ ਕਰ ਸਕਦਾ ਲੌਂਗ ਟਾਈਮ ਦੇ ਵਿੱਚ ਆਪਣੀ ਡਿਮਾਂਡ ਦੇ ਅਕੋਰਡਿੰਗ। ਕਹਿੰਦੇ ਨਿਊ ਫਰਮਸ ਕੈਨ ਐਂਟਰ ਐਂਡ ओल्ड फर्म्स कैन एडजस्ट, कहते न्यू फर्म्स एंटर भी हो सकते हैं लॉन्ग रन ਦੇ ਵਿੱਚ ਤੇ ਜਿਹੜੀਆਂ ਪੁਰਾਣੀਆਂ ਫਰਮਸ ਨੇ ਉਹ ਇੰਡਸਟਰੀ ਨੂੰ ਛੱਡ ਕੇ ਵੀ ਜਾ ਸਕਦੀਆਂ ਨੇ। कहते the firm of the industry can increase or decrease the size of plant, कहते ਜਿਹੜੀ ਇੰਡਸਟਰੀ ਆ ਉਹ ਆਪਣੀ ਜਿਹੜੀ ਫਰਮਸ ਨੇ ਜਿਹੜੀ ਨਿਕਲ ਚੁੱਕੀਆਂ ਨੇ ਜਾਂ ਨਿਊ ਆ ਗਈਆਂ ਨੇ ਤਾਂ ਉਹ ਇੰਡਸਟਰੀ ਦੇ ਸਾਈਜ਼ ਨੂੰ ਦੱਸਦੀਆਂ ਨੇ ਕਿ ਇੰਡਸਟਰੀ ਦਾ ਸਾਈਜ਼ ਇਨਕਰੀਜ਼ ਹੋਇਆ ਜਾਂ ਡਿਕਰੀਜ਼ ਹੋਇਆ। ਅਗਰ ਨਿਊ ਫਰਮਸ ਐਂਟਰ ਹੋਈਆਂ ਤਾਂ ਇਟਸ ਮੀਨਸ ਇੰਡਸਟਰੀ ਦਾ ਸਾਈਜ਼ ਇਨਕਰੀਜ਼ ਹੋਇਆ, ਅਗਰ ਪੁਰਾਣੀਆਂ ਫਰਮਸ ਛੱਡ ਗਈਆਂ ਤਾਂ ਇਟਸ ਮੀਨਸ ਜਿਹੜੀ ਆਪਣੀ ਇੰਡਸਟਰੀ ਆ ਉਹਦਾ ਸਾਈਜ਼ ਡਿਕਰੀਜ਼ ਹੋਇਆ। कहते लॉन्ग रन ਦੇ ਵਿੱਚ ਇਕੁਇਲਿਬ੍ਰੀਅਮ ਨੂੰ ਦੇਖਣ ਦੇ ਲਈ ਆਪਾਂ ਲੌਂਗ ਰਨ ਦੀ ਮਾਰਜਨਲ ਕਾਸਟ ਤੇ ਲੌਂਗ ਰਨ ਦੀ ਐਵਰੇਜ ਕਾਸਟ, ਠੀਕ ਹੈ, ਤੇ ਲੌਂਗ ਰਨ ਦਾ ਐਵਰੇਜ ਰੈਵਨਿਊ ਦੇਖਾਂਗੇ ਤੇ ਉਸ ਦੇ ਥਰੂ ਕਹਿੰਦੇ ਆਪਾਂ AMC LLMC LAC
AR कहते इन्हां चीज़ां नूं देखांगे। ਤਾਂ ਇਹਦੇ ਵਿੱਚ ਕਹਿੰਦੇ ਕੀ ਆ ਜਦੋਂ ਆਪਣੀ ਜਿਹੜੀ ਫਰਮ ਹੁੰਦੀ ਆ ਲੌਂਗ ਰਨ ਦੇ ਵਿੱਚ ਕਹਿੰਦੇ ਓਨਲੀ ਨਾਰਮਲ ਪ੍ਰੋਫਿਟ ਅਰਨ ਕਰੇਗੀ, ਜਿਵੇਂ ਕਿ ਸ਼ਾਰਟ ਰਨ ਦੇ ਵਿੱਚ ਤਾਂ ਸੁਪਰ ਨਾਰਮਲ ਤੇ ਨਾਰਮਲ ਤੇ ਮਿਨੀਮਮ ਲਾਸ ਵੇਅਰ ਕਰ ਸਕਦੀ ਹੈ, ਲੇਕਿਨ ਲੌਂਗ ਰਨ ਦੇ ਵਿੱਚ ਕਹਿੰਦੇ ਕਿਉਂਕਿ ਆਪਾਂ ਆਪਣੀ ਸਪਲਾਈ ਨੂੰ ਡਿਮਾਂਡ ਦੇ ਅਕੋਰਡਿੰਗ ਐਡਜਸਟ ਕਰ ਲੈਂਦੇ ਆ, ਠੀਕ ਹੈ, ਆਪਣੇ ਆਪ ਨੂੰ ਬਚਾ ਲੈਂਦੇ ਆ, ਤਾਂ ਇਟਸ ਮੀਨਸ ਲੌਂਗ ਰਨ ਦੇ ਵਿੱਚ ਓਨਲੀ ਫਰਮ ਨੂੰ ਨਾਰਮਲ ਪ੍ਰੋਫਿਟ ਅਰਨ ਹੋਏਗਾ। नॉर्मल प्रॉफिट क्यों अर्न होएगा? क्योंकि फ्री एंट्री एंड एडजस्ट है। न्यू फर्म्स एंटर भी हो सकती है ते पुरानियां फर्म्स छड्ड के भी जा सकती ने। न्यू फर्म्स एंटर कदों होती है ते पुरानियां फर्म्स छड्ड के कदों जाणगियां? कहते a firm in long run equilibrium will earn only normal profit here in short run there faces three situations. Long run ਦੇ ਵਿੱਚ firm will produce the commodity at minimum long run average cost. Not only firm's long run marginal revenue will be equal to with the minimum long run average cost and average revenue will be equal. Long run ਦੇ ਵਿੱਚ ਕਹਿੰਦੇ ਇੱਕ ਫਰਮ ਉਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ ਜਦੋਂ LMC long run ਦੀ marginal cost is equal to marginal revenue is equal to average revenue equal to minimum LAC minimum long run ਦੀ average cost ਦੇ equal ਹੋਏਗੀ। जिथे कहते LAC LMC MR ਤੇ AR ਚਾਰੇ ਇਕੁਅਲ ਹੋਣਗੇ, ਉੱਥੇ ਇੱਕ ਫਰਮ ਲੌਂਗ ਰਨ ਦੇ ਵਿੱਚ ਇਕੁਇਲਿਬਰੀਅਮ ਦੇ ਵਿੱਚ ਹੋਏਗੀ। ਤੇ ਲੌਂਗ ਰਨ ਦੇ ਵਿੱਚ ਹਮੇਸ਼ਾ ਹੀ ਫਰਮ ਜਿਹੜੀ ਉਹ ਨਾਰਮਲ ਪ੍ਰੋਫਿਟ ਅਰਨ ਕਰਦੀ ਹੈ। ਨਾਰਮਲ ਪ੍ਰੋਫਿਟ ਅਰਨ ਕਿਉਂ ਕਰਦੀ ਆ? ਸਪੋਜ਼ ਕਰੋ ਕਿ ਇੱਕ ਫਰਮ ਨੇ ਸ਼ਾਰਟ ਰਨ ਦੇ ਵਿੱਚ ਉਹਨੂੰ ਕੀ ਮਿਲ ਰਿਹਾ ਹੈ? ਸ਼ਾਰਟ ਰਨ ਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਮਿਲ ਰਿਹਾ, ਠੀਕ ਹੈ, ਸੁਪਰ ਨਾਰਮਲ ਪ੍ਰੋਫਿਟ ਮਿਲ ਰਿਹਾ ਹੈ, ਲੇਕਿਨ ਹੌਲੀ ਹੌਲੀ ਉਸਨੂੰ ਦੇਖ ਕੇ ਲੌਂਗ ਰਨ ਦੇ ਵਿੱਚ ਜਿਹੜੀਆਂ ਨਿਊ ਫਰਮਸ ਨੇ ਉਹ ਐਂਟਰ ਕਰਦੀਆਂ। ਨਿਊ ਫਰਮਸ ਐਂਟਰ ਕਰ ਗਈਆਂ ਕਿਉਂਕਿ ਲੌਂਗ ਰਨ ਦੇ ਵਿੱਚ ਜਿਹੜੇ ਵੀ ਆਪਣੀ ਲੌਂਗ ਰਨ ਟਾਈਮ ਪੀਰੀਅਡ ਬਣਦਾ ਉਹ ਸਮਾਲ ਟਾਈਮ ਪੀਰੀਅਡਸ ਨੂੰ ਸ਼ਾਰਟ ਪੀਰੀਅਡ ਨੂੰ ਮਿਲਾ ਕੇ ਹੀ ਬਣਦਾ। ਕਹਿੰਦੇ ਅਗਰ ਸ਼ਾਰਟ ਰਨ ਦੇ ਵਿੱਚ ਇੱਕ ਫਰਮ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੈ ਤਾਂ ਉਹਨੂੰ ਦੇਖ ਕੇ ਲੌਂਗ ਰਨ ਦੇ ਵਿੱਚ ਜਿਹੜੀਆਂ ਨਿਊ ਫਰਮਸ ਨੇ ਉਹ ਐਂਟਰ ਕਰਨਗੀਆਂ। जब न्यू फर्म्स एंटर कर दिया ਤਾਂ ਜਿਹੜੀ ਆਪਣੀ ਸਪਲਾਈ ਆਫ ਗੁੱਡ ਹੈ ਉਹ ਕੀ ਹੋ ਜਾਏਗੀ? ਇਨਕਰੀਜ਼ ਹੋ ਜਾਏਗੀ ਕਿਉਂਕਿ ਇੰਡਸਟਰੀ ਦਾ ਸਾਈਜ਼ ਇਨਕਰੀਜ਼ ਹੋ ਗਿਆ। ਤਾਂ ਸਪਲਾਈ ਆਫ ਗੁੱਡਸ ਇਨਕਰੀਜ਼ ਹੋਣ ਦੇ ਨਾਲ ਜਿਹੜੀ ਪ੍ਰਾਈਸ ਹੈ ਪ੍ਰੋਡਕਟਸ ਦੀ ਉਹ ਕੀ ਜਾਏਗੀ? ਘਟ ਜਾਏਗੀ। ਤਾਂ ਪ੍ਰਾਈਸ ਘਟਣ ਦੇ ਨਾਲ ਕੀ ਹੋ ਜਾਏਗਾ? ਆਪਣੀ ਜਿਹੜੀ ਫਰਮ ਹੈ ਪ੍ਰਾਈਸ ਘਟਣ ਦੇ ਨਾਲ ਕੁਝ ਜਿਹੜੀਆਂ ਫਿਰ ਤੋਂ ਕਹਿੰਦੇ ਨਾਰਮਲ ਪੋਜੀਸ਼ਨ ਤੇ ਆ ਜਾਂਦੀਆਂ क्योंकि प्राइस कट गई, प्राइस कटने के नाल सुपर नॉर्मल प्रॉफिट तो फर्म्स नॉर्मल प्रॉफिट आ जाएंगे लॉन्ग रन के विच। तब कहते ओनली नॉर्मल प्रॉफिट अर्न होता। अगर कहते इस तो उल्ट मिनिमम लॉस हो रहा शॉर्ट रन के मिनिमम लॉस हो रहा है ताकि होंगे कुछ भी जड़ियां पुरानियां फर्म्स ने वो इंडस्ट्री को छड्ड के चले जाएंगियां जिहदे नाल इंडस्ट्री का साइज डिक्रीज हो जाएगा। इंडस्ट्री के थ्रू प्रोडक्शन घट जाएगी तो प्रोडक्शन घटने के नाल सप्लाई घटने के नाल प्राइसिस इनक्रीज हो जाएंगियां ਜਿਹਦੇ ਨਾਲ ਲਾਸ ਤੋਂ ਉੱਪਰ ਉੱਠ ਕੇ ਕੀਤੀ ਆ ਜਾਂਦੀ ਹੈ ਨਾਰਮਲ ਪ੍ਰੋਫਿਟ ਨਹੀਂ ਆ ਜਾਂਦਾ। ਇਸੇ ਤਰ੍ਹਾਂ ਕਹਿੰਦੇ ਲੌਂਗ ਰਨ ਦੇ ਵਿੱਚ ਆਨਰ ਨਾਰਮਲ ਪ੍ਰੋਫਿਟ ਅਰਨ ਹੁੰਦਾ ਕਿਉਂਕਿ ਨਿਊ ਫਰਮਸ ਐਂਟਰ ਕਰਦੀਆਂ ਨੇ, ਪੁਰਾਣੀਆਂ ਫਰਮਸ ਛੱਡ ਕੇ ਜਾਂਦੀਆਂ ਨੇ ਜਦੋਂ ਉਹਨੂੰ ਸੁਪਰ ਨਾਰਮਲ ਪ੍ਰੋਫਿਟ ਹੁੰਦਾ ਜਾਂ ਫਿਰ ਲਾਸ ਹੁੰਦਾ ਹੈ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਤਾਂ ਇਹ ਡਾਇਗਰਾਮ ਦੇ ਵਿੱਚ ਉਹ ਐਕਸ ਤੇ ਤੁਹਾਨੂੰ ਪਤਾ ਹੈ ਕਿ ਆਊਟਪੁੱਟ ਦਿਖਾਈ ਹੋਈ ਹੈ, ਉਹ ਵਾਈ ਤੇ ਆਪਾਂ ਨੂੰ ਰੈਵਨਿਊ ਐਂਡ ਕਾਸਟ ਦਿਖਾਈ ਹੋਈ ਹੈ। ਜਿਹੜੀ SAC है this is the short run average cost curve and LAC is the long run average cost curve, SMC is the short run marginal cost curve and LMC is the long run marginal cost curve ਤੇ AR is equal to MR है। curves refers to average revenue equal to price कि जितना price है AR ਤੇ MR ਉਹਦੇ equal है, ठीक है। एट परफेक्ट कंपटीशन ਦੇ ਵਿੱਚ ਕਿਉਂਕਿ AR MR P ਹੁੰਦਾ ਹੈ। ਸਪੋਜ਼ਿੰਗ OP ਹੁਣ ਤੁਸੀਂ ਇਸ ਦੇ ਵਿੱਚ ਡਾਇਗਰਾਮ ਵਿੱਚ ਦੇਖ ਸਕਦੇ ਹੋ ਕਿ ਸਪੋਜ਼ ਜਿਹੜੀ OP ਪ੍ਰਾਈਸ ਡਿਟਰਮਾਈਨ ਕੀਤੀ ਹੋਈ ਇੰਡਸਟਰੀ ਨੇ OP ਪ੍ਰਾਈਸ ਫਿਕਸ ਕੀਤੀ ਆ ਤਾਂ ਫਰਮ ਆ ਜਿਹੜੀ ਉਹ ਪ੍ਰੋਡਿਊਸ ਕਰ ਰਹੀ ਆ ਸ਼ਾਰਟ ਰਨ ਦੇ ਨਾਲ SCC ਦੇ ਨਾਲ, ठीक है। प्लांट ਜਿਹੜਾ ਹੈ ਆਪਣਾ SCC ਹੈ ਸ਼ਾਰਟ ਰਨ ਐਵਰੇਜ ਕਾਸਟ ਉੱਤੇ ਦਿਖਾਈ ਗਈ ਹੈ, ठीक है। ਤੇ ਆਪਣਾ ਸ਼ਾਰਟ ਰਨ ਮਾਰਜਨਲ ਕਾਸਟ ਦਿਖਾਈ ਗਈ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਾਰਟ ਰਨ ਦੇ ਵਿੱਚ ਕੀ ਇੱਕ ਫਰਮ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੈ। ਤਾਂ ਸ਼ਾਰਟ ਰਨ ਦੇ ਵਿੱਚ ਜਿਹੜਾ ਸੁਪਰ ਨਾਰਮਲ ਪ੍ਰੋਫਿਟ ਉਹ ਕਿੰਨਾ ਹੈ? ABPN दिस इज अ सुपर नॉर्मल प्रॉफिट क्योंकि ਜਿਹੜੀ AR MR कर्व है वो ऊपर है ਤੇ ਜਿਹੜੀ ਆਪਣੀ ਸ਼ਾਰਟ ਰਨ ਦੀ ਐਵਰੇਜ ਤੇ ਮਾਰਜਨਲ ਕਾਸਟ कर्व है वो नीचे है। दिस एवरेज कॉस्ट कर्व नीचे है। AR ग्रेटर देन
ए ए सी है, दैट्स वाई कि ए बी पी एंड दिस इज अ सुपर नॉर्मल प्रॉफिट जो फर्म अर्न कर रही है। कहते मान लो द फर्म विल इंक्रीज द प्रोडक्शन कैपेसिटी, ਇਹਨੂੰ ਦੇਖ ਕੇ ਕੀ ਹੈ ਨਿਊ ਫਰਮਸ ਕਹਿੰਦੇ ਜਿਹੜੀਆਂ ਇੰਡਸਟਰੀ ਦੇ ਵਿੱਚ ਆ ਜਾਣਗੀਆਂ ਜਿਹਦੇ ਨਾਲ ਕੀ ਹੈ supply of the product will increase in the industry due to increase in the supply price will fall to AP ਜਦ ਕਹਿੰਦੇ ਆਪਣੀ ਜਿਹੜੀ ਕੁਆਂਟੀਟੀ ਹੈ ਇਨਕਰੀਜ਼ ਹੋ ਗਈ ਅਗਰ ਤੁਸੀਂ ਹੁਣ ਇੱਥੇ ਆਪਣਾ ਜੋ ਇਕੁਇਲਿਬ੍ਰੀਅਮ ਪੁਆਇੰਟ ਹੈ ਜਿੱਥੋਂ ਆਪਣੀ ਐਫਸੀ ਐਫਆਰ ਨੂੰ ਕੱਟ ਰਹੀ ਹੈ ਉਸ ਤੋਂ ਨੀਚੇ ਡਰਾ ਕਰੋਗੇ ਏ ਬੀ ਤੋਂ ਨੀਚੇ ਲਾਈਨ ਦਾ ਨੀਚੇ ਤੁਸੀਂ ਦੇਖ ਸਕਦੇ ਹੋ ਕਿ ਕੁਆਂਟੀਟੀ ਘੱਟ ਹੈ ਪ੍ਰਾइस ਜ਼ਿਆਦਾ ਹੈ लेकिन जब न्यू फर्म्स एंटर की है तब की अपनी क्वांटिटी बद के ओ एम होगी ते अपना जो है प्राइस घट के कितना हो गया जो आउटपुट इंक्रीज हुई प्रोडक्शन इंक्रीज हुई इंडस्ट्री का साइज इंक्रीज हो न्यू फर्म्स आने अपनी जो क्वांटिटी है प्रोडक्शन है सप्लाई इंक्रीज हुई दैट इज बाय प्राइस घट गया प्राइस घट के कितना रह गया ओपी तो ओपी वन हो गया इंडस्ट्री के थ्रू दैट किया अपनी फर्म्स कितने आ जाएंगे शॉर्ट टर्म ਦੇ ਵਿੱਚ ਨਿਊ ਪਲਾਂਟ ਆਫ ਐਸਏਸੀ ਜਿੱਥੇ ਐਸਐਮਸੀ ਤੇ ਐਲਐਮਸੀ ਤੇ ਐਲਏਸੀ ਇੱਕ ਦੂਸਰੇ ਨੂੰ ਕੱਟ ਰਹੇ ਨੇ ਤਾਂ ਨਿਊ ਇਕੁਇਲਿਬ੍ਰੀਅਮ ਪੁਆਇੰਟ ਈ ਹੋਏਗਾ ਜਿੱਥੇ OM will be equilibrium output ਹੋਏਗੀ OM equilibrium output and O1 OP1 is equilibrium price ਜਿੱਥੇ ਕਹਿੰਦੇ LMC is equal to MR is equal to AR is equal to AC ये सारे की होंगे एक दूसरे के इक्वल होंगे इन द केस ऑफ लॉन्ग रन इक्विलिब्रियम अ फर्म चेंजेस द साइज ऑफ इट्स प्लांट इन सच अ वे एज द प्रोड्यूस टू आउटपुट एट द मिनिमम एवरेज कॉस्ट ਤੁਹਾਨੂੰ ਪਤਾ ਹੈ ਕਿ ਲੌਂਗ ਰਨ ਦੇ ਵਿੱਚ ਮਿਨੀਮਮ ਐਵਰੇਜ ਕਾਸਟ ਤੇ ਹਰ ਇੱਕ ਜਿਹੜਾ ਸਮਾਲ ਸਾਈਜ਼ ਹੈ ਆਪਾਂ ਪਲਾਂਟ ਦਾ ਯੂਜ਼ ਕਰਕੇ ਆਪਣੀ ਪ੍ਰੋਡਕਸ਼ਨ ਕਰਦੇ ਆ ਤਾਂ ਇੱਕ ਨਿਊ ਪਲਾਂਟ ਫਿਰ ਸੈਟਅਪ ਹੋਏਗਾ ਪ੍ਰਾਈਸਿਸ ਘਟਣ ਦੇ ਨਾਲ ਜਿੱਥੇ ਕਹਿੰਦੇ ਮਿਨੀਮਮ ਆਉਟਪੁੱਟ ਈ ਪੁਆਇੰਟ ਤੇ ਹੋਏਗੀ ਮਿਨੀਮਮ ਆਪਣਾ ਹੈ ਜੋ मिनिमम कॉस्ट ई पॉइंट ਤੇ ਹੋਏਗੀ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਕਹਿੰਦੇ ਇਹ ਐਸਐਮਸੀ ਸ਼ਾਰਟ ਰਨ ਦੀ ਮਾਰਜਨਲ ਕਾਸਟ ਇਕੁਅਲ ਟੂ ਲੌਂਗ ਰਨ ਦੀ ਮਾਰਜਨਲ ਕਾਸਟ ਇਕੁਅਲ ਟੂ ਮਾਰਜਨਲ ਰੈਵਨਿਊ ਇਕੁਅਲ ਟੂ ਐਵਰੇਜ ਰੈਵਨਿਊ ਇਕੁਅਲ ਟੂ ਸ਼ਾਰਟ ਰਨ ਦੀ ਐਵਰੇਜ ਕਾਸਟ ਇਕੁਅਲ ਟੂ ਲੌਂਗ ਰਨ ਦੀ ਐਵਰੇਜ ਕਾਸਟ ਜਿਹੜੀ ਸ਼ਾਰਟ ਰਨ ਤੇ ਲੌਂਗ ਰਨ ਦੀਆਂ ਸਾਰੀਆਂ ਕਰਵਸ ਇੱਕ ਦੂਸਰੇ ਦੇ ਕੀ ਹੋਣਗੇ ਇਕੁਅਲ ਹੋਣਗੇ ਦਿਸ ਇਜ਼ ਦਾ ਪੁਆਇੰਟ ਆਫ ਇਕੁਇਲਿਬ੍ਰੀਅਮ ਜਿੱਥੇ ਲੌਂਗ ਰਨ ਦੇ ਵਿੱਚ ਹਮੇਸ਼ਾ ਹੀ ਇੱਕ ਫਰਮ ਜਿਹੜੀ ਉਹ ਓਨਲੀ नॉर्मल प्रॉफिट अर्न करेगी क्योंकि अगर सुपर नॉर्मल प्रॉफिट हो रहा है तो न्यू फर्म्स एंटर होंगे उन्होंने देख के प्रॉफिट लैने के लिए ता प्रोडक्शन बच जाएगी तो जिस नाल प्राइस घट जाना है तो ਜਿਹੜੀ फर्म्स ਨੂੰ सुपर नॉर्मल प्रॉफिट हो रहा ਸੀ ਉਹਨਾਂ ਦਾ ਵੀ प्राइस घटने ਦੇ ਨਾਲ नॉर्मल प्रॉफिट ਦੀ सिचुएशन आ जाएगी अगर लॉस हो गया इसी तरह तक कुछ फर्म्स छੱਡ के चले जाती हैं तो ਜਿਹਦੇ ਨਾਲ सप्लाई घट जाएगी ਜਿਹੜੀ ਆਪਣੀ प्रोडक्शन है ओपनिंग घटन के नाल प्राइसेस इंक्रीज हो गए जिवें कि इसे डायग्राम ਦੇ ਵਿੱਚ देख सकते हो P1 तो P हो जाएगी जिहदे नाल की सिर्फ फिर नॉर्मल प्रॉफिट इत्थे तुसी लेफ्ट साइड ते लॉस भी दिखा सकते हो अगर AC ऊपर दिखाई अपन ने ठीक है कुछ फर्म्स निकल दे नाल आउटपुट डिक्रीज राइट साइड ते ऊपर बनावांगे अपन ए पॉइंट ऊपर राइट साइड ते बनावांगे तां इक्विलिब्रियम पॉइंट अपने इधर आ जाएगा ये है अपना जिथे फर्म लॉन्ग रन ਦੇ ਵਿੱਚ ਇਕੁਇਲਿਬ੍ਰੀਅਮ ਹੈ ਜਿਹੜਾ ਉਹ ਅਰਨ ਕਰਦੀ ਹੈ ਇਹ ਤਾਂ ਸੀਗਾ ਆਪਣਾ ਫਰਮ ਦਾ ਇਕੁਇਲਿਬ੍ਰੀਅਮ ਵਿਦ ਸ਼ਾਰਟ ਰਨ ਐਂਡ ਲੌਂਗ ਰਨ ਉਸ ਤੋਂ ਬਾਅਦ ਹੈ ਮੀਨਿੰਗ ਆਫ ਇੰਡਸਟਰੀ ਇਕੁਇਲਿਬ੍ਰੀਅਮ ਕਹਿੰਦੇ ਇੰਡਸਟਰੀ ਜਿਹੜੀ ਉਹ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੋਏਗੀ ਤੁਹਾਨੂੰ ਪਤਾ ਹੈ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਆ ਜਿਹੜੀ ਆਪਣੀ ਆ ਗਰੁੱਪ ਆਫ ਫਰਮਸ ਜੋ ਮਿਲ ਕੇ ਕੀ ਬਣਾਉਂਦੀਆਂ ਨੇ ਇੱਕ ਇੰਡਸਟਰੀ ਬਣਾਉਂਦੀਆਂ ਨੇ ਸਭ ਤੋਂ ਪਹਿਲਾਂ ਦੇਖਦੇ ਹਾਂ ਵਾਟ ਇਜ਼ ਇੰਡਸਟਰੀ ਮੀਨਿੰਗ ਆਫ ਇੰਡਸਟਰੀ ਐਂਡ ਇਟਸ ਇਕੁਇਲਿਬ੍ਰੀਅਮ ਕਹਿੰਦੇ ਇੱਕ ਉਦਯੋਗ ਉਸ ਅਵਸਥਾ ਵਿੱਚ ਸੰਤੁਲਨ ਦੀ ਸਥਿਤੀ ਵਿੱਚ ਹੋਵੇਗਾ ਜਦ ਉਦਯੋਗ ਦੇ ਆਕਾਰ ਵਿੱਚ ਪਰਿਵਰਤਨ ਦੀ ਕੋਈ ਵੀ ਪ੍ਰਵਿਰਤੀ ਨਹੀਂ ਪਾਈ ਜਾਂਦੀ ਇਸ ਅਵਸਥਾ ਵਿੱਚ ਫਰਮਾਂ ਉਦਯੋਗ ਵਿੱਚ ਪ੍ਰਵੇਸ਼ ਨਹੀਂ ਕਰ ਰਹੀਆਂ ਹਨ ਅਤੇ ਪੁਰਾਣੀਆਂ ਫਰਮਾਂ ਉਦਯੋਗ ਨੂੰ ਛੱਡ ਕੇ ਨਹੀਂ ਜਾ ਰਹੀਆਂ ਹਨ ਕਹਿੰਦੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਇੰਡਸਟਰੀ ਦੇ ਵਿੱਚ ਉਸ ਟਾਈਮ ਹੋਏਗੀ ਜਦੋਂ ਤੱਕ ਨਿਊ ਫਰਮਸ ਨਾ ਤਾਂ ਐਂਟਰ ਕਰਨ ਤੇ ਨਾ ਹੀ ਪੁਰਾਣੀਆਂ ਫਰਮਸ ਛੱਡ ਕੇ ਜਾਣ ਮਤਲਬ ਜਦੋਂ नॉर्मल सिचुएशन हो एग्रीगेट डिमांड इक्वल टू एग्रीगेट सप्लाई हो डेफिनेशंस भी दी हुई है प्रोफेसर हैंसन के अनुसार एन इंडस्ट्री विल बी इन इक्विलिब्रियम वेयर देयर इज नो टेंडेंसी फॉर द साइज ऑफ इंडस्ट्री टू चेंज दैट इज व्हेन नो फर्म्स विश टू लीव इट एंड न्यू फर्म्स टू एंटर इट न्यू फर्म्स तदों नहीं आउणगे क्योंकि नॉर्मल प्रॉफिट है अपना सुपर नॉर्मल प्रॉफिट नहीं हो रहा एंड पुरानी फर्म छड्ड के क्यों नहीं जाती है क्योंकि लॉस नहीं हो रहा उन्हें नॉर्मल प्रॉफिट है कहते एक फर्म है जी उदों इंडस्ट्री उदों कहते अपनी इक्विलिब्रियम की पोजीशन दे विच होएगी the normal profit of a firm are included in its cost when the firms of an industry earns only normal profits no new firms
ਫੀਲ ਟੈਂਪਰਡ ਜਦੋਂ ਕਹਿੰਦੇ ਇੱਕ ਜਿਹੜੀ ਇੰਡਸਟਰੀ ਉਹ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੁੰਦੀ ਹੈ ਤਾਂ ਕੋਈ ਵੀ ਫਰਮ ਉਹਦੇ ਵਿੱਚੋਂ ਨਿਕਲਣਾ ਪਸੰਦ ਨਹੀਂ ਕਰਦੀ। The conditions of an industry equilibrium, the industry equilibrium ਦੀਆਂ ਕੀ conditions ਨੇ? Only two conditions ਨੇ। When the existing firms of the industry increase or decrease their output, ਕਹਿੰਦੇ ਜਦੋਂ ਜਿਹੜੀ ਆਪਣੀ ਐਗਜ਼ਿਸਟਿੰਗ ਕੈਪੈਸਿਟੀ ਆ ਉਹ ਆਪਣੀ ਆਊਟਪੁੱਟ ਦੇ ਵਿੱਚ ਇਨਕਰੀਜ਼ ਡਿਕਰੀਜ਼ ਕਰਨਾ ਪਸੰਦ ਨਹੀਂ ਕਰਦੀ। ਵੈਨ ਨਿਊ ਫਰਮਸ ਹੈਵ ਅ ਟੈਂਡੈਂਸੀ ਟੂ ਐਂਟਰ ਐਂਡ ਐਡਜਸਟ ਵਨਸ ਟੂ ਲੀਵ ਦਾ ਇੰਡਸਟਰੀ, ਬੋਥ ਦੀ ਸਿਚੁਏਸ਼ਨਸ ਹੈਵ ਨੋ ਟੈਂਡੈਂਸੀ ਟੂ ਚੇਂਜ। ਨਾ ਤਾਂ ਨਿਊ ਫਰਮਸ ਐਂਟਰ ਹੋਣਾ ਚਾਹੁੰਦੀਆਂ ਨਾ ਹੀ ਪੁਰਾਣੀ ਫਰਮ ਛੱਡ ਕੇ ਜਾਣਾ ਚਾਹੁੰਦੀਆਂ। ਫਰਮਾਂ ਦੀ ਸਥਿਰ ਸੰਖਿਆ ਹੁੰਦੀ ਹੈ। ਕਾਂਸਟੈਂਟ ਨੰਬਰ ਆਫ ਫਰਮਸ, ਇੰਡਸਟਰੀ ਦੇ ਵਿੱਚ ਜਿਹੜੀਆਂ ਫਰਮਸ ਦੀ ਨੰਬਰਿੰਗ ਹੁੰਦੀ ਆ 10 ਫਰਮਸ 20 ਫਰਮਸ ਉਹ ਕਾਂਸਟੈਂਟ ਰਹਿੰਦੀ ਹੈ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ increase decrease ਨਹੀਂ ਹੁੰਦਾ। ਐਂਡ ਇੰਡਸਟਰੀ ਵਿਲ ਬੀ ਇਕੁਇਲਿਬਰੀਅਮ ਵੈਨ ਦ ਨੰਬਰ ਆਫ ਫਰਮਸ ਰਿਮੇਨ ਕਾਂਸਟੈਂਟ। ਜਦੋਂ ਇੱਕ ਇੰਡਸਟਰੀ ਦੇ ਵਿੱਚ ਜਿਹੜੀ ਨੰਬਰ ਆਫ ਫਰਮਸ ਦੀ ਉਹ ਕਾਂਸਟੈਂਟ ਰਹਿਣ, ਚੇਂਜ ਨਾ ਹੋਵੇ, ਉਹਨਾਂ ਦੇ ਵਿੱਚ ਤਾਂ ਮੰਨ ਲੈਂਦੇ ਆਪਾਂ ਕਿ ਜਿਹੜੀ ਇੰਡਸਟਰੀ ਆ ਉਹ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ, ਮਤਲਬ ਨਾ ਤਾਂ ਕਿਸੇ ਨੂੰ ਲਾਸ ਹੋ ਰਿਹਾ ਤੇ ਨਾ ਹੀ ਕਿਸੇ ਨੂੰ ਸੁਪਰ ਨਾਰਮਲ ਪ੍ਰੋਫਿਟ ਹੋ ਰਿਹਾ। And equilibrium of the firm, another condition of the industry equilibrium is that all firms operating in its are in equilibrium have no tendency either to increase or decrease their output। ਕਹਿੰਦੇ ਇੰਡਸਟਰੀ ਦੇ ਵਿੱਚ ਜਿੰਨੀਆਂ ਵੀ ਫਰਮਸ ਹੋਣਗੀਆਂ ਉਹ ਸਾਰੀਆਂ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਣਗੀਆਂ। ਨਾ ਤਾਂ ਕਹਿੰਦੇ ਉਹ ਆਪਣੀ ਜਿਹੜੀ ਆਊਟਪੁੱਟ ਹੈ ਉਹਨੂੰ ਇਨਕਰੀਜ਼ ਕਰਨਾ ਚਾਹੁੰਦੀਆਂ, ਨਾ ਹੀ ਆਊਟਪੁੱਟ ਨੂੰ ਡਿਕਰੀਜ਼ ਕਰਨਾ ਚਾਹੁੰਦੀਆਂ। ਥੀਸ ਆਰ ਦ ਟੂ कंडीशंस ऑफ इंडस्ट्री इक्विलिब्रियम। एक कहते कांस्टेंट नंबरिंग रहेगी फर्म्स की, दूसरा कहते एवरी फर्म है ਜਿਹੜੀ ਉਹ ਕਿਹਦੇ ਵਿੱਚ ਰਹੇਗੀ? ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਰਹੇਗੀ। ਫਿਰ ਆਪਾਂ ਦੇਖਦੇ ਹਾਂ ਸ਼ਾਰਟ ਰਨ ਇਕੁਇਲਿਬਰੀਅਮ ਆਫ ਦਾ ਇੰਡਸਟਰੀ ਦਾ ਸ਼ਾਰਟ ਰਨ ਇਕੁਇਲਿਬਰੀਅਮ। ਤਾਂ ਇੱਥੇ 3 ਡਾਇਗਰਾਮਸ ਦੱਸੀਆਂ ਹੋਈਆਂ ਨੇ ਕਿਉਂਕਿ ਕਹਿੰਦੇ ਇੱਥੇ ਕੀ ਬੋਲਿਆ ਹੈ। ਸਭ ਤੋਂ ਪਹਿਲਾਂ ਸ਼ਾਰਟ ਰਨ ਇਕੁਇਲਿਬਰੀਅਮ ਹੈ ਆਪਣਾ ਇੰਡਸਟਰੀ ਦਾ। ਕਹਿੰਦੇ the industry is in equilibrium at the price at which quantity demanded is equal to quantity supply। ਕਹਿੰਦੇ ਇੱਕ ਇੰਡਸਟਰੀ ਉਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ ਜਦੋਂ ਜਿਹੜੀ ਵੀ ਉਹਦੇ ਵਿੱਚ ਕੁਆਂਟੀਟੀ ਪ੍ਰੋਡਿਊਸ ਕੀਤੀ ਜਾ ਰਹੀ ਹੈ ਸਾਰੀਆਂ ਇੰਡਸਟਰੀ ਦੇ ਦੁਆਰਾ, ਉਹ ਉਹਨਾਂ ਦੀ ਆਊਟਪੁੱਟ ਹੈ ਜਿਹੜੀ ਡਿਮਾਂਡ ਸਪਲਾਈ ਹੈ ਜਿਹੜੀ ਉਹ ਡਿਮਾਂਡ ਦੇ ਇਕੁਅਲ ਹੋਏਗੀ। ਜਦੋਂ ਕਹਿੰਦੇ ਆਊਟਪੁੱਟ ਦੀ ਸਪਲਾਈ ਡਿਮਾਂਡ ਦੇ ਇਕੁਅਲ ਹੋਏਗੀ ਉਦੋਂ ਇੱਕ ਜਿਹੜੀ ਇੰਡਸਟਰੀ ਉਹ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਏਗੀ। ਬਟ ਫॉर ਇੰਡਸਟਰੀ ਟੂ ਬੀ ਫੁੱਲ ਇਕੁਇਲਿਬਰੀਅਮ ਇਟ ਸ਼ਾਰਟ ਰਨ ਇਜ਼ ਵੈਰੀ ਰੇਅਰ। Full equilibrium position is possible only when all firms are just normal profit। ਕਹਿੰਦੇ ਫੁੱਲ ਇਕੁਇਲਿਬਰੀਅਮ ਦੀ ਜਿਹੜੀ ਸ਼ਾਰਟ ਰਨ ਦੇ ਵਿੱਚ ਇੰਡਸਟਰੀ ਦੀ ਪੋਜੀਸ਼ਨ ਆ ਉਹ ਬਹੁਤ ਰੇਅਰ ਹੁੰਦੀ ਆ। ਕਹਿੰਦੇ ਫੁੱਲ ਇਕੁਇਲਿਬਰੀਅਮ ਇੱਕ ਇੰਡਸਟਰੀ ਦੇ ਵਿੱਚ ਉਦੋਂ ਹੀ ਹੋ ਸਕਦਾ ਹੈ ਜਦੋਂ ਜਿਹੜੀ ਸਾਰੀਆਂ ਫਰਮਸ ਨੇ ਉਹ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਣ। ਲੇਕਿਨ ਕਹਿੰਦੇ ਸ਼ਾਰਟ ਰਨ ਦੇ ਵਿੱਚ ਜਿਹੜੀਆਂ ਸਾਰੀਆਂ ਫਰਮਸ ਨੇ ਉਹ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੀਆਂ। Some firms may be earn supernormal profit and other may be incurring loss। ਕਹਿੰਦੇ ਸ਼ਾਰਟ ਰਨ ਦੇ ਵਿੱਚ ਇੱਕ ਇੰਡਸਟਰੀ ਦੇ ਵਿੱਚ ਕਹਿੰਦੇ ਇਹ ਜ਼ਰੂਰੀ ਨਹੀਂਗਾ ਕਿ ਸਾਰੀਆਂ ਫਰਮਸ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਣ। ਕਹਿੰਦੇ ਕੁਝ ਫਰਮਸ ਨੇ ਜਿਹੜੀਆਂ ਉਹ ਸੁਪਰ ਨਾਰਮਲ ਪ੍ਰੋਫਿਟ ਵੀ ਅਰਨ ਕਰ ਸਕਦੀਆਂ ਨੇ, ਕੁਝ ਫਰਮਸ ਕਹਿੰਦੇ ਲਾਸ ਵੀ ਬੀਅਰ ਕਰ ਰਹੀਆਂ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਇਹਨਾਂ ਡਾਇਗਰਾਮਸ ਦੇ ਵਿੱਚ ਦੇਖ ਸਕਦੇ ਹੋ ਕਿ ਫਰਸਟ ਇਜ਼ ਦਾ ਇੰਡਸਟਰੀ ਡਾਇਗਰਾਮ ਜਿੱਥੇ ਇੱਕ ਇੰਡਸਟਰੀ ਕਿਤੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ। ਇੱਥੇ ਤਿੰਨੇ ਡਾਇਗਰਾਮ ਦੇ ਵਿੱਚ OX ਤੇ ਆਊਟਪੁੱਟ ਲਿਖੀ ਹੋਈ ਹੈ ਐਂਡ ਫਰਸਟ ਡਾਇਗਰਾਮ ਇੰਡਸਟਰੀ ਦੇ ਵਿੱਚ OY ਤੇ ਪ੍ਰਾਈਸ ਲਿਖਾ ਹੋਇਆ ਹੈ। ਤਾਂ ਇੱਕ ਇੰਡਸਟਰੀ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਕਦੋਂ ਹੋਏਗੀ? ਜਦੋਂ ਡਿਮਾਂਡ ਤੇ ਸਪਲਾਈ ਇਕੁਅਲ ਹੋਏਗੀ। ਜੋ ਪ੍ਰੋਡਕਸ਼ਨ ਹੋ ਰਹੀ ਹੈ ਉਹਦੀ ਉਨੀ ਉਹੀ ਡਿਮਾਂਡ ਹੈ। आपका फर्स्ट डायग्राम ਦੇ ਵਿੱਚ ਦੇਖ ਸਕਦੇ ਹੋ ਇੰਡਸਟਰੀ ਇਕੁਇਲਿਬਰੀਅਮ ਸ਼ੋ ਕੀਤਾ ਹੋਇਆ ਸ਼ਾਰਟ ਰਨ ਦੇ ਵਿੱਚ। DD is the demand curve and SS is the supply curve। ਜਿੱਥੇ ਕਹਿੰਦੇ ਸਪਲਾਈ ਕਰਵ ਤੇ ਡਿਮਾਂਡ ਕਰਵ ਇੱਕ ਦੂਸਰੇ ਨੂੰ ਕੱਟ ਕਰ ਰਹੇ ਨੇ। that point is E is the equilibrium point ਜਿੱਥੇ ਕਿ ਇੰਡਸਟਰੀ ਕਿਹਦੇ ਵਿੱਚ ਹੈ? ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ। ਬਟ ਕਹਿੰਦੇ ਸ਼ਾਰਟ ਰਨ ਇਕੁਇਲਿਬਰੀਅਮ ਆਫ ਦਾ ਇੰਡਸਟਰੀ ਇਜ਼ ਸ਼ੋਡ, ਠੀਕ ਹੈ ਕੀਤਾ ਹੈ ਫਰਸਟ ਡਾਇਗਰਾਮ ਦੇ ਵਿੱਚ DD ਤੇ SS ਦੇ ਥਰੂ ਤੇ ਇਕੁਇਲਿਬਰੀਅਮ ਪੋਜੀਸ਼ਨਸ। ਬਟ ਕਹਿੰਦੇ ਇੱਥੇ ਇੱਕ ਇੰਡਸਟਰੀ ਫੁੱਲ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈਗੀ। ਇੰਡਸਟਰੀ ਤਾਂ ਇਕੁਇਲਿਬਰੀਅਮ ਦੇ ਵਿੱਚ ਆ ਲੇਕਿਨ ਇਹਦੇ ਵਿੱਚ ਜਿਹੜੀਆਂ ਫਰਮਸ ਨੇ ਕੁਝ ਉਹ ਕੀ ਹੈ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀਆਂ ਨੇ, ਕੁਝ ਕਹਿੰਦੇ ਲਾਸ ਅਰਨ ਕਰ ਰਹੀਆਂ ਨੇ। ਜਿਵੇਂ ਤੁਸੀਂ B ਜਿਹੜੀ ਡਾਇਗਰਾਮ ਹੈ ਤੇ C ਡਾਇਗਰਾਮ ਦੇਖ ਸਕਦੇ ਹੋ। B ਡਾਇਗਰਾਮ ਦੇ ਵਿੱਚ ਜਿਹੜੀ ਆਪਣੀ ਇੱਕ ਫਰਮ ਹੈ ਉਹ ਕੀ ਆ ਆਪਣੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਜੋ ਹੈ ਉਹ ਕੀ ਹੈ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੈ। ਇੰਡਸਟਰੀ ਦੇ ਵਿੱਚ ਫਰਮ ਸੁਪਰ ਨਾਰਮਲ ਪ੍ਰੋਫਿਟ ਕਿਵੇਂ ਅਰਨ ਕਰ ਰਹੀ ਹੈ? OX ਤੇ ਆਊਟਪੁੱਟ ਐਂਡ OY ਤੇ ਰੈਵਨਿਊ ਐਂਡ ਕਾਸਟ
ਤਾਂ ਇੱਥੇ ਏ ਆਰ ਐਮ ਆਰ ਕਰਵ ਇਜ਼ ਇਕੁਅਲ ਟੂ ਪੀ ਹੈ ਤੇ ਐਮ ਸੀ ਕਰਵ ਨੀਚੇ ਤੋਂ ਕੱਟ ਕਰ ਰਹੀ ਹੈ ਤੇ ਆਪਣੀ ਜਿਹੜੀ ਐਸ ਏ ਸੀ ਸ਼ਾਰਟ ਰਨ ਦੀ ਐਵਰੇਜ ਕਾਸਟ ਕਰਵ ਹੈ ਉਹ ਲੈਸ ਦੈਨ ਐਵਰੇਜ ਰੈਵਨਿਊ ਕਰਵ ਹੈ ਮਤਲਬ ਰੈਵਨਿਊ ਜ਼ਿਆਦਾ ਹੈ ਤੇ ਕਾਸਟ ਘੱਟ ਹੈ ਤਾਂ ਇਹ ਜਿਹੜਾ ਸ਼ੇਡਡ ਏਰੀਆ ਹੈ ਆਪਣਾ ਇੱਥੇ ਤੁਸੀਂ ਦੇਖ ਸਕਦੇ ਹੋ ਬੀ ਡਾਇਗਰਾਮ ਦੇ ਵਿੱਚ ਬੀ ਐਮ ਆਪਣੀ ਕਾਸਟ ਹੈ ਲੇਕਿਨ ਆਪਣਾ ਰੈਵਨਿਊ ਈ ਐਮ ਹੈ ਈ ਐਮ ਮਾਈਨਸ ਬੀ ਐਮ ਜੋ ਬਚ ਕੇ ਆਪਣੇ ਕੋਲ ਈ ਬੀ EBP A this shaded area is a super normal profit ਕਹਿੰਦੇ ਸ਼ਾਰਟ ਰਨ ਦੇ ਵਿੱਚ ਇੰਡਸਟਰੀ ਦੇ ਵਿੱਚ ਇੱਕ ਫਰਮ ਹੈ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੈ ਤਾਂ ਦੂਸਰੀ ਫਰਮ ਹੈ ਜਿਹੜੀ ਉਹ ਕੀ ਕਰ ਰਹੀ ਹੈ ਮਿਨੀਮਮ ਲਾਸ ਅਰਨ ਕਰ ਰਹੀ ਹੈ ਤਾਂ ਸੈਕੰਡ ਸੀ ਫਰਮ ਤੁਸੀਂ ਦੇਖ ਸਕਦੇ ਹੋ OX ਦੇ ਸੇਮ ਆਊਟਪੁੱਟ O ਬਾਈ ਤੇ ਰੈਵਨਿਊ ਐਂਡ ਕਾਸਟ ਸੀ ਫਰਮ ਦੇ ਵਿੱਚ ਜਿਹੜੀ ਆਪਣੀ ਸੀ ਫਰਮ ਦੇ ਵਿੱਚ ਜਿਹੜੀ ਆਪਣੀ MC MR ਨੂੰ ਨੀਚੇ ਤੋਂ ਕੱਟ ਕਰ ਰਹੀ ਹੈ E ਪੁਆਇੰਟ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ ਐਂਡ ਉਸ ਤੋਂ ਉੱਪਰ ਦੇਖ ਸਕਦੇ ਹੋ ਸ਼ਾਰਟ ਰਨ ਦੀ ਐਵਰੇਜ ਕਾਸਟ ਜਿਹੜੀ ਉਹ ਗ੍ਰੇਟਰ ਦੈਨ ਕੀ ਹੈ ਐਵਰੇਜ ਰੈਵਨਿਊ ਹੈ मतलब कॉस्ट कर्व ऊपर है तो रेवेन्यू कर्व नीचे है तो जरा शेडेड एरिया है SREPT दिस इज अ लॉस मिनिमम लॉस ठीक है तो ਤੁਸੀਂ ਮੰਨ ਸਕਦੇ ਹੋ ਇਸ ਦੇ ਵਿੱਚ ਕਿ RN cost ਹੈ and EN revenue ਹੈ RN minus EN is equal to REPT this is a loss ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੰਡਸਟਰੀ ਦੇ ਵਿੱਚ ਇੱਕ ਫਰਮ ਸੁਪਰ ਨਾਰਮਲ ਤੇ ਦੂਸਰੀ लॉस बेयर कर रही है ਤਾਂ ਤੁਸੀਂ ਦੇਖ ਸਕਦੇ ਹੋ ਅਗਰ ਸੁਪਰ ਨਾਰਮਲ ਪ੍ਰੋਫਿਟ ਹੋਏਗਾ ਤਾਂ ਨਿਊ ਫਰਮਸ ਐਂਟਰ ਹੋਣਗੀਆਂ ਤਾਂ ਉਹਦੇ ਨਾਲ ਕੀ ਆ ਸੇਮ ਪ੍ਰੋਡਕਸ਼ਨ ਇਨਕਰੀਜ਼ ਹੋ ਜਾਏਗੀ ਤੇ ਫਿਰ ਕੀ ਹੋਏਗਾ ਆਪਣਾ ਪ੍ਰਾਈਸਿਸ ਘਟ ਜਾਣਗੇ ਜਿਹਦੇ ਨਾਲ ਡਿਮਾਂਡ ਇਕੁਅਲ ਟੂ ਸਪਲਾਈ ਹੋ ਜਾਏਗਾ ਆਪਾਂ ਨਾਰਮਲ ਪ੍ਰੋਫਿਟ ਤੇ ਆ ਜਾਵਾਂਗੇ ਤੇ ਉਸ ਤੋਂ ਬਾਅਦ ਅਗਰ ਸੀ ਫਰਮ ਦੀ ਗੱਲ ਕਰੀਏ ਜਿੱਥੇ ਕਾਸਟ ਗ੍ਰੇਟਰ ਦੈਨ ਰੈਵਨਿਊ ਹੈ ਤਾਂ ਫਰਮਸ ਨੂੰ ਲਾਸ ਹੋ ਰਿਹਾ ਤਾਂ ਕੁਝ ਫਰਮਸ ਜਿਹੜੀਆਂ ਲਾਸ ਨੂੰ ਬੀਅਰ ਨਹੀਂ ਕਰ ਸਕਦੀਆਂ इंडस्ट्री चो निकल जाती अपनी प्रोडक्शन बंद कर देती तो जिधर प्रोडक्शन सप्लाई घट जाएगी तो प्राइसिस हाई हो जाएगी सी फर्म भी नॉर्मल प्रॉफिट आ जाएगी बी ते सी फर्म इस तरह नॉर्मल प्रॉफिट ते आके अपनी जरा है इंडस्ट्री का इक्विलिब्रियम शो कर रही है ठीक है जिथे नॉर्मल प्रॉफिट होएगा जिथे अपनी सप्लाई ते डिमांड दोनों की होंगे इक्वल होंगे टाइप पोजीशन ऑफ इंडस्ट्री द इक्विलिब्रियम है जिथे फर्म या फर्म्स सुपर नॉर्मल ते नॉर्मल प्रॉफिट ते लॉस बीयर कर सकदियां ने ठीक है थ्री सिचुएशंस ਦੇ ਵਿੱਚੋਂ ਕੁਝ ਵੀ ਐਂਡ ਇੰਡਸਟਰੀ ਉੱਥੇ ਕਹਿੰਦੇ ਇਕੁਇਲਿਬ੍ਰੀਅਮ ਦੇ ਵਿੱਚ ਹੋਏਗੀ ਸ਼ਾਰਟ ਰਨ ਦੇ ਵਿੱਚ ਜਿੱਥੇ ਡਿਮਾਂਡ ਇਕੁਅਲ ਟੂ ਸਪਲਾਈ ਹੋਵੇ ਸਾਰੀਆਂ ਫਰਮਸ ਦੇ ਦੁਆਰਾ ਦਿਸ ਇਜ਼ ਦਾ ਸ਼ਾਰਟ ਰਨ ਇਕੁਇਲਿਬ੍ਰੀਅਮ ਆਫ ਇੰਡਸਟਰੀ ਨਾਓ ਦਾ ਲੌਂਗ ਰਨ ਇਕੁਇਲਿਬ੍ਰੀਅਮ ਆਫ ਦਾ ਇੰਡਸਟਰੀ ਉਦਯੋਗਾਂ ਦੇ ਸੰਤੁਲਨ ਦਾ ਦੀਰਘਕਾਲ ਵਿੱਚ ਨਿਰਧਾਰਨ ਕਹਿੰਦੇ ਇੰਡਸਟਰੀ ਲੌਂਗ ਪੀਰੀਅਡ ਦੇ ਵਿੱਚ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੋਏਗੀ industry equilibrium in the long period when two conditions taken the long run equilibrium the industry the first is each firm of the industry is in equilibrium कहते long run ਦੇ ਵਿੱਚ equilibrium ਦੇ ਵਿੱਚ ਉਦੋਂ ਹੋਏਗੀ ਜਦੋਂ ਸਾਰੀਆਂ ਫਰਮਸ ਨੇ ਇੰਡਸਟਰੀ ਦੀਆਂ ਉਹ ਕਿਤੇ ਵਿੱਚ ਹੋਣਗੀਆਂ equilibrium ਦੀ ਪੋਜੀਸ਼ਨ ਦੇ ਵਿੱਚ ਹੋਣਗੀਆਂ ਕਹਿੰਦੇ its marginal cost equal to marginal revenue ਹੋਏਗੀ and average cost equal to average revenue होएगी and second condition kiya there is no tendency to change in the numbers of firms that is when long run average cost curve equal to average revenue कहते हैं number of firms नहीं उन्होंने कोई भी quantity change नहीं होएगी क्योंकि long run the average cost the long run the marginal cost ਜਿਹੜੀ price हो की होएगा एक दूसरे ਦੇ equal होंगे जबकि industry ਦੇ short run ਦੇ equilibrium ਦੇ ਵਿੱਚ ਕੀ ਹੁੰਦਾ ਸੀਗਾ कि शॉर्ट रन ਦੇ ਵਿੱਚ ਕਹਿੰਦੇ ਇੱਕ ਇੰਡਸਟਰੀ ਦਾ ਇਕੁਇਲਿਬ੍ਰੀਅਮ ਦੇ ਵਿੱਚ ਹੋ ਸਕਦੀ ਹੈ ਲੇਕਿਨ ਕਹਿੰਦੇ ਜਿਹੜੇ ਵਿੱਚ ਵਾਲੀਆਂ ਫਰਮਸ ਨੇ ਉਹ ਕੀ ਹੁੰਦੀਆਂ ਜਦੋਂ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀਆਂ ਜਾਂ ਲਾਸ ਜਾਂ ਫਿਰ ਨਾਰਮਲ ਪ੍ਰੋਫਿਟ ਲੇਕਿਨ ਲੌਂਗ ਰਨ ਦੇ ਵਿੱਚ ਕਹਿੰਦੇ ਇੰਡਸਟਰੀ ਹਮੇਸ਼ਾ ਹੀ ਉਦੋਂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਏਗੀ ਜਦੋਂ ਕਹਿੰਦੇ ਸਾਰੀਆਂ ਫਰਮਸ ਨੇ ਲੌਂਗ ਰਨ ਦੇ ਵਿੱਚ ਉਹ ਕਿਹਦੇ ਵਿੱਚ ਹੋਣਗੀਆਂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਣਗੀਆਂ ਕਹਿੰਦੇ ਜਦ ਲੌਂਗ ਰਨ ਦੀ ਐਵਰੇਜ ਕਾਸਟ ਇਕੁਅਲ ਟੂ ਕੀ ਹੋਏਗੀ ਲੌਂਗ ਰਨ ਦੀ average revenue ਦੇ equal ਹੋਏਗੀ ਕਹਿੰਦੇ in this situations firm will be earn only normal profit ਕਹਿੰਦੇ ਇੰਡਸਟਰੀ ਦੇ ਅੰਦਰ ਲੌਂਗ ਰਨ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਉਹ ਸਾਰੀਆਂ ਨਾਰਮਲ ਪ੍ਰੋਫਿਟ ਅਰਨ ਕਰਨਗੀਆਂ no new firm will enter or no old firm will leave the industry the court said the definition है with all firms in industry being in equilibrium and with no entry or exist industry is in equilibrium long run ਜਿਹੜਾ ਇਕੁਇਲਿਬ੍ਰੀਅਮ ਹੈ ਉਹ ਤੁਸੀਂ ਡਾਇਗਰਾਮ ਵਿਦ ਦਾ ਹੈਲਪ ਆਫ ਡਾਇਗਰਾਮ ਦੇਖ ਸਕਦੇ ਹੋ ਇੱਥੇ ਦੋ ਡਾਇਗਰਾਮਸ ਜਿਹੜੀਆਂ ਬਣੀਆਂ ਹੋਈਆਂ ਨੇ ਡਾਇਗਰਾਮ A ਐਂਡ ਡਾਇਗਰਾਮ B A ਡਾਇਗਰਾਮ ਇੰਡਸਟਰੀ ਦੀ ਡਾਇਗਰਾਮ ਹੈ ਐਂਡ B ਡਾਇਗਰਾਮ ਫਰਮ ਦੀ ਡਾਇਗਰਾਮ ਹੈ ਅਗਰ B ਦੇ ਨਾਲ ਆਪਾਂ ਡਿਫਰੈਂਟ ਫਰਮਸ ਦੀ ਗੱਲ ਕਰੀਏ C D E F ਤਾਂ ਸਾਰੀਆਂ ਫਰਮਸ ਦੇ ਵਿੱਚ
ਕਹਿੰਦੇ ਇਹੀ ਸਿਚੁਏਸ਼ਨ ਆਏਗੀ, ਇਸੇ ਤਰ੍ਹਾਂ ਦੀ ਡਾਇਗਰਾਮ ਬਣੇਗੀ, ਸਾਰੀਆਂ ਫਰਮਸ ਹੀ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਨਾਰਮਲ ਪ੍ਰੋਫਿਟ ਅਰਨ ਕਰਨਗੀਆਂ, ਜਿੱਥੇ AR ਇਜ਼ ਇਕੁਅਲ ਟੂ AC ਹੋਏਗਾ। ਇੱਥੇ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਇਹ ਡਾਇਗਰਾਮ ਹੈ ਉਹ ਇੰਡਸਟਰੀ ਦੀ ਡਾਇਗਰਾਮ ਦਿਖਾ ਰਹੀ ਹੈ, ਜਿੱਥੇ ਇੰਡਸਟਰੀ ਦੇ ਵਿੱਚ ਸਪਲਾਈ ਤੇ ਡਿਮਾਂਡ ਇੱਕ ਦੂਸਰੇ ਦੇ ਕੀ ਨੇ, ਇਕੁਅਲ ਨੇ। DD ਇਜ਼ ਅ ਡਿਮਾਂਡ ਕਰਵ and SS is a supply curve, E point is a equilibrium point, ਜਿੱਥੇ ਦੋਨੇ ਇੰਟਰਸੈਕਟ ਕਰਦੇ ਨੇ ਤੇ ਇਕੁਇਲਿਬਰੀਅਮ ਆਊਟਪੁੱਟ OQ ਐਂਡ ਇਕੁਇਲਿਬਰੀਅਮ ਪ੍ਰਾਈਸ ਇੰਡਸਟਰੀ ਦੁਆਰਾ OP ਫਿਕਸ ਕੀਤਾ ਗਿਆ ਹੈ। ਇੱਥੇ ਕਿ ਇੰਡਸਟਰੀ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ। ਅਗਰ ਸੈਕੰਡ ਡਾਇਗਰਾਮ ਦੀ ਗੱਲ ਕਰੀਏ ਤਾਂ ਉੱਥੇ ਇਕੁਇਲਿਬਰੀਅਮ ਆਫ ਦਾ ਫਰਮ ਸ਼ੋ ਕੀਤਾ ਹੋਇਆ, ਫਰਮ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ। ਐਵਰੇਜ ਰੈਵਨਿਊ ਮਾਰਜਨਲ ਰੈਵਨਿਊ ਕਰਵ ਇਕੁਅਲ ਟੂ P ਹੈ। OQ ਆਊਟਪੁੱਟ ਹੈ। E ਪੁਆਇੰਟ ਇਜ਼ ਅ ਇਕੁਇਲਿਬਰੀਅਮ ਪੁਆਇੰਟ, OQ ਆਊਟਪੁੱਟ ਤੇ OP ਪ੍ਰਾਈਸ ਫਿਕਸ ਕੀਤਾ ਹੋਇਆ ਜਿੱਥੇ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਫਰਮ ਦੇ ਵਿੱਚ ਜਿੰਨੀਆਂ ਵੀ ਕਾਸਟ ਤੇ ਰੈਵਨਿਊ ਕਰਵਸ ਨੇ ਇੱਕ ਦੂਸਰੇ ਦੇ ਇਕੁਅਲਸ ਨੇ। ਇੱਥੇ ਕਹਿੰਦੇ ਫਰਮ ਦੇ ਵਿੱਚ ਸ਼ਾਰਟ ਰਨ ਦੀ ਜਿਹੜੀ ਐਵਰੇਜ ਕਾਸਟ ਹੈ, ਸ਼ਾਰਟ ਰਨ ਦੀ ਐਵਰੇਜ ਰੈਵਨਿਊ ਐਂਡ ਸ਼ਾਰਟ ਰਨ ਦੀ ਮਾਰਜਨਲ ਕਾਸਟ MSC is equal to SMR, LMC is equal to LMR and LAC is equal to LAR। ठीक है, सारिया कॉस्ट कर्व्स की एक दूसरे ਦੇ ਇਕੁਅਲ ਨੇ। ਲੌਂਗ ਰਨ ਦੀ ਮਾਰਜਨਲ ਕਾਸਟ ਇਕੁਅਲ ਟੂ ਸ਼ਾਰਟ ਰਨ ਦੀ ਮਾਰਜਨਲ ਕਾਸਟ ਇਜ਼ ਇਕੁਅਲ ਟੂ MR। this is the equilibrium point of the industry firm। the second condition of the industry equilibrium is also fulfilled at OP price, firm is on the normal profit। the OP price ਤੇ OQ quantity the only firm normal profit earn ਕਰ ਰਹੀ ਹੈ, neither any new firms। ਕਹਿੰਦੇ ਜਦੋਂ ਫਰਮਸ ਕੀ ਨੇ ਇੰਡਸਟਰੀ ਦੇ ਵਿੱਚ ਸਾਰੀਆਂ ਫਰਮਸ ਨਾਰਮਲ ਪ੍ਰੋਫਿਟ ਅਰਨ ਕਰਨਗੀਆਂ, no loss no gain ਹੋਏਗਾ, ਤਾਂ ਨਾ ਤਾਂ ਕੋਈ ਨਿਊ ਫਰਮਸ ਐਂਟਰ ਹੋਏਗੀ ਤੇ ਨਾ ਹੀ ਕੋਈ ਜਿਹੜੀ ਪੁਰਾਣੀ ਫਰਮ ਹੈ ਉਹ ਇੰਡਸਟਰੀ ਨੂੰ ਛੱਡ ਕੇ ਜਾਏਗੀ। ਕਹਿੰਦੇ ਬਿਕੋਜ਼ ਲੌਂਗ ਰਨ ਦੀ ਐਵਰੇਜ ਕਾਸਟ ਇਕੁਅਲ ਟੂ ਸ਼ਾਰਟ ਰਨ ਦੀ ਐਵਰੇਜ ਕਾਸਟ ਇਕੁਅਲ ਟੂ ਐਵਰੇਜ ਰੈਵਨਿਊ ਹੈ। this position is equilibrium is being expressed by E ਦੇ ਕੀ ਇਕੁਇਲਿਬਰੀਅਮ ਦੀ ਪੋਜੀਸ਼ਨ ਹੈ, ਜਿਹੜੀ ਮਿਨੀਮਮ ਐਵਰੇਜ ਕਾਸਟ ਹੈ ਜਿਹੜੀ ਲੌਂਗ ਰਨ ਦੀ ਇੰਡਸਟਰੀ ਫਰਮ ਦੀ ਉਹ ਦਿਖਾ ਰਹੀ ਹੈ। ਤਾਂ ਇੱਕ ਜੋਗ ਹੈ ਜਿਹੜਾ ਹਮੇਸ਼ਾ ਹੀ ਲੌਂਗ ਰਨ ਦੇ ਵਿੱਚੋਂ ਕੀ ਹੋਏਗਾ, ਇਕੁਇਲਿਬਰੀਅਮ ਦੇ ਵਿੱਚ ਹੋਏਗਾ, ਜਿੱਥੇ ਡਿਮਾਂਡ ਇਕੁਅਲ ਟੂ ਸਪਲਾਈ ਹੋਏਗੀ ਐਂਡ ਜਿੱਥੇ ਸਾਰੀਆਂ ਫਰਮਸ ਨੇ ਲੌਂਗ ਰਨ ਦੇ ਵਿੱਚੋਂ ਕੀ ਹੋਣਗੀਆਂ, ਨਾਰਮਲ ਪ੍ਰੋਫਿਟ ਅਰਨ ਕਰ। ਇਹ ਤਾਂ ਸੀਗਾ ਆਪਣਾ ਲੌਂਗ ਰਨ ਇਕੁਇਲਿਬਰੀਅਮ ਆਫ ਇੰਡਸਟਰੀ। ਅੱਗੇ ਆਪਾਂ ਨੇ ਕਰਨਾ ਹੈ ਲੌਂਗ ਰਨ ਇਕੁਇਲਿਬਰੀਅਮ ਆਫ ਇੰਡਸਟਰੀ ਐਂਡ ਲਾਅ ਆਫ ਕਾਸਟ। ਜਿਵੇਂ ਕਿ ਤੁਸੀਂ ਲਾਅ ਆਫ ਕਾਸਟ ਪੜ੍ਹੇ ਸੀਗੇ, ਲਾਅ ਆਫ ਕਾਸਟ ਆਪਾਂ ਨੇ ਜਿਹੜੇ ਕਾਸਟ ਦੇ 3 ਲਾਅਸ ਪੜ੍ਹੇ ਸੀਗੇ, ਇਨਕਰੀਜ਼ਿੰਗ ਕਾਸਟ, ਡਿਕਰੀਜ਼ਿੰਗ ਕਾਸਟ ਐਂਡ ਕਾਂਸਟੈਂਟ ਕਾਸਟ। ਇਨਕਰੀਜ਼ਿੰਗ ਕਾਸਟ ਦੇ ਵਿੱਚ ਕੀ ਹੋਇਆ ਸੀ, ਇਨਕਰੀਜ਼ਿੰਗ ਕਾਸਟ ਦੇ ਵਿੱਚ ਕੀ ਹੁੰਦਾ ਸੀ, ਆਪਣੀ ਜੋ ਹੈ ਡਿਕਰੀਜ਼ਿੰਗ ਰਿਟਰਨਸ ਹੁੰਦੇ ਸੀਗੇ। ਜਦੋਂ ਆਪਾਂ ਇਨਪੁਟਸ ਦੇ ਬਦਲੇ ਆਪਣੀ ਆਊਟਪੁੱਟ ਘੱਟ ਹੁੰਦੀ ਸੀਗੀ ਤਾਂ ਤੇ ਕਾਸਟ ਇਨਕਰੀਜ਼ ਹੁੰਦੀ ਸੀ। ਦਿਸ ਇਜ਼ ਦ ਇਨਕਰੀਜ਼ਿੰਗ ਕਾਸਟ ਐਂਡ ਡਿਮਿਨਿਸ਼ਿੰਗ ਰਿਟਰਨਸ। ਤੇ ਦੂਸਰਾ ਕਾਂਸਟੈਂਟ ਕਾਸਟ ਕਦੋਂ ਹੁੰਦੀ ਸੀ, ਜਦੋਂ ਕਾਂਸਟੈਂਟ ਰਿਟਰਨਸ ਹੁੰਦੇ ਸੀ। ਜਿੰਨੀ ਆਊਟਪੁੱਟ ਕਰਦੇ ਸੀ ਉਨੀ ਇਨਪੁਟ ਕਰਦੇ ਸੀ ਉਨੀ ਆਊਟਪੁੱਟ ਹੁੰਦੀ ਸੀ ਤੇ ਪ੍ਰਾਈਸ ਕਾਸਟ ਵੀ ਆਪਣੀ ਕਾਂਸਟੈਂਟ ਹੁੰਦੀ ਸੀ। ਐਂਡ ਡਿਕਰੀਜ਼ਿੰਗ ਕਾਸਟ ਕੀ ਸੀ, ਕਹਿੰਦੇ ਜਦੋਂ ਆਪਣੀ ਇਨਪੁਟ ਦੇ ਨਾਲੋਂ ਆਊਟਪੁੱਟ ਬਹੁਤ ਜ਼ਿਆਦਾ ਹੁੰਦੀ ਸੀ। ਵਿਦ ਇਨਕਰੀਜ਼ਿੰਗ ਰਿਟਰਨਸ ਐਂਡ ਡਿਮਿਨਿਸ਼ਿੰਗ ਕਾਸਟ, ਰਿਟਰਨਸ ਦਾ ਇਨਕਰੀਜ਼ ਹੋਣਾ, ਆਊਟਪੁੱਟ ਦਾ ਇਨਕਰੀਜ਼ ਹੋਣਾ ਐਂਡ ਕਾਸਟ ਦਾ ਡਿਕਰੀਜ਼ ਹੋਣਾ। ਤਾਂ ਇਹ 3 ਲਾਅਸ ਸੀ ਜਿਹੜੇ ਆਪਾਂ ਨੇ 1 ਬਾਈ 1 ਪੜ੍ਹਨੇ ਨੇ। ਇਹਨਾਂ ਲਾਅਸ ਦਾ ਵੀ ਇਫੈਕਟ ਪੈਂਦਾ ਹੈ ਇੰਡਸਟਰੀ ਦੇ ਇਕੁਇਲਿਬਰੀਅਮ ਤੇ। ਤਾਂ ਆਪਾਂ ਫਰਸਟ ਲਾਅ ਦੇਖਦੇ ਹਾਂ ਆਪਣਾ, ਦੀਰਘਕਾਲੀਨ ਸੰਤੁਲਨ ਵੱਧਦੀ ਲਾਗਤ ਵਾਲੇ ਉਦਯੋਗ ਵਿੱਚ। ਕਹਿੰਦੇ ਇਹਦੇ ਵਿੱਚ ਕੀ ਆ, ਲੌਂਗ ਰਨ ਇਕੁਇਲਿਬਰੀਅਮ ਇਨ ਇਨਕਰੀਜ਼ਿੰਗ ਕਾਸਟ ਇੰਡਸਟਰੀ। ਕਹਿੰਦੇ ਉਹ ਇੰਡਸਟਰੀ ਇਕੁਇਲਿਬਰੀਅਮ ਦਿਖਾ ਰਹੀ ਹੈ ਇਹ ਜਦੋਂ ਕਹਿੰਦੇ ਜਦੋਂ ਆਪਾਂ ਨੇ ਆਊਟਪੁੱਟ ਇਨਕਰੀਜ਼ ਕਰਦੇ ਆ ਤਾਂ ਕਾਸਟ ਵੀ ਇਨਕਰੀਜ਼ ਹੁੰਦੀ ਆ। ਦਿਸ ਇਜ਼ ਦ ਲੌਂਗ ਰਨ ਇਕੁਇਲਿਬਰੀਅਮ ਇਨ ਇਨਕਰੀਜ਼ਿੰਗ ਕਾਸਟ ਇੰਡਸਟਰੀ। ਕਿ ਆਊਟਪੁੱਟ ਇਨਕਰੀਜ਼ ਹੋਣ ਦੇ ਨਾਲ ਜਦੋਂ ਆਪਣੀ ਕਾਸਟ ਇਨਕਰੀਜ਼ ਹੁੰਦੀ ਆ ਤਾਂ ਉਦੋਂ ਇੰਡਸਟਰੀ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੋਏਗੀ, ਲੌਂਗ ਰਨ ਦੇ ਵਿੱਚ। ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ। ਤਾਂ ਦੇਖੋ ਇਨਕਰੀਜ਼ਿੰਗ ਕਾਸਟ ਇੰਡਸਟਰੀ ਰੈਫਰਸ ਟੂ ਡੈਟ ਇੰਡਸਟਰੀ। increasing cost industry ਉਹ ਇੰਡਸਟਰੀ ਹੁੰਦੀ ਆ in which average cost increases with increase in output। ਜਦੋਂ ਕੋਈ ਵੀ ਇੰਡਸਟਰੀ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰਦੀ ਆ ਤਾਂ ਉਹਦੀ ਜਦੋਂ ਐਵਰੇਜ ਕਾਸਟ ਇਨਕਰੀਜ਼ ਹੁੰਦੀ ਆ, this is the increasing cost industry। such industries face diseconomics of scale। ਕਹਿੰਦੇ ਇਹਦੇ ਵਿੱਚ diseconomics of scale ਇੰਡਸਟਰੀਜ਼ ਫੇਸ ਕਰਦੀਆਂ ਨੇ, ਜਿਸ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਨੇ ਉਹਨਾਂ ਨੂੰ।
ਜਦੋਂ ਉਹ ਆਪਣੇ ਆਊਟਪੁੱਟ ਨੂੰ ਇਨਕਰੀਜ਼ ਕਰਦੀਆਂ ਨੇ। ਤਾਂ ਤੁਸੀਂ ਇੱਥੇ ਇਕੁਲਿਬਰੀਅਮ ਦੇਖ ਸਕਦੇ ਹੋ ਵਿਦ ਦਾ ਹੈਲਪ ਆਫ ਡਾਇਗਰਾਮ। ਤਾਂ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਅਰ ਆਰ ਟੂ ਡਾਇਗਰਾਮ। ਕਹਿੰਦੇ ਫਰਮ ਲੌਂਗ ਰਨ ਇਕੁਲਿਬਰੀਅਮ ਸ਼ੋ ਕੀਤਾ ਹੈ, ਜਿਨ੍ਹਾਂ ਦੇ ਵਿੱਚ ਇੱਕ ਸਾਈਡ ਫਰਮ ਇਕੁਲਿਬਰੀਅਮ, ਇੱਕ ਸਾਈਡ ਇੰਡਸਟਰੀ ਇਕੁਲਿਬਰੀਅਮ ਸ਼ੋ ਕੀਤਾ ਹੈ। ਤਾਂ ਫਰਸਟ ਇਜ਼ ਦਾ ਫਰਮ ਇਕੁਲਿਬਰੀਅਮ। ਫਰਮ ਇਕੁਲਿਬਰੀਅਮ ਦੇ ਵਿੱਚ ਕੀ ਆ, ਕਹਿੰਦੇ ਇੰਡਸਟਰੀ ਇਕੁਲਿਬਰੀਅਮ ਬੀ ਡਾਇਗਰਾਮ ਦੇ ਵਿੱਚ ਐਂਡ ਫਰਮ ਇਕੁਲਿਬਰੀਅਮ ਏ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਹੈ। ਸਪੋਜ਼ ਕਰੋ ਤੁਸੀਂ ਕਹਿੰਦੇ ਦਾ ਇਨੀਸ਼ੀਅਲ ਡਿਮਾਂਡ ਕਰਵ ਆਫ ਇੰਡਸਟਰੀ ਇਜ਼ dt। ਤਾਂ ਆਪਾਂ ਡਿਮਾਂਡ ਕਰਵ ਤੇ ਦੇਖਦੇ ਹਾਂ ਇੰਡਸਟਰੀ ਦੀ, ਠੀਕ ਹੈ। ਇੰਡਸਟਰੀ ਵਾਲੀ ਕਰਵ ਤੋਂ ਸਟਾਰਟ ਕਰਦੇ ਹਾਂ। ਮੰਨ ਲਓ ਕਹਿੰਦੇ ਜਿਹੜੀ ਇਨੀਸ਼ੀਅਲ ਡਿਮਾਂਡ ਕਰਵ ਹੈ ਇੰਡਸਟਰੀ ਦੀ ਕਿੰਨੀ ਹੈ, dd ਇਜ਼ ਦਾ ਇਨੀਸ਼ੀਅਲ ਡਿਮਾਂਡ ਕਰਵ ਆਫ ਇੰਡਸਟਰੀ। ਇਟਸ ਸ਼ਾਰਟ ਰਨ ਸਪਲਾਈ ਕਰਵ ਇਜ਼ ss। ਤੇ ਸ਼ਾਰਟ ਰਨ ਜਿਹੜੀ ਸਪਲਾਈ ਕਰਵ ਹੈ ਉਹ ਕੀ ਹੈ, ss ਹੈ। ss ਤੇ dd ਇੱਕ ਦੂਸਰੇ ਨੂੰ ਕਹਿੰਦੇ ਕੱਟ ਕਰ ਰਹੇ ਨੇ। ਸ਼ਾਰਟ ਰਨ ਮਾਰਜਨਲ ਕਾਸਟ ਕਰਵ ਇਜ਼ ਇਕੁਅਲ ਟੂ smc। ਤਾਂ ਤੁਸੀਂ ਉੱਧਰ ਦੇਖ ਸਕਦੇ ਹੋ ਸ਼ਾਰਟ ਰਨ ਜਿਹੜੀ ਮਾਰਜਨਲ ਕਾਸਟ ਕਰਵ ਹੈ ਦਿਸ ਇਜ਼ ਦਾ smc। ਐਡੀਸ਼ਨਲੀ ਲੌਂਗ ਰਨ ਇਕੁਇਲਿਬਰੀਅਮ ਪ੍ਰਾਈਸ ਇਜ਼ op। ਕਹਿੰਦੇ op ਜਿੱਥੇ s ਤੇ d ਕਰਵਸ ਇੱਕ ਦੂਸਰੇ ਨੂੰ ਕੱਟ ਕਰੀ ਨੇ ਇੰਡਸਟਰੀ ਦੀਆਂ, ਉੱਥੇ op ਪ੍ਰਾਈਸ ਫਿਕਸ ਹੋਇਆ ਹੈ ਐਂਡ oq ਆਪਣੀ ਕੁਆਂਟੀਟੀ ਫਿਕਸ ਹੋਈ ਹੈ। ਐਟ ਦਿਸ ਪ੍ਰਾਈਸ ਫਰਮ ਪ੍ਰੋਡਿਊਸਿਸ om ਆਊਟਪੁੱਟ। ਹੁਣ ਦੇਖੋ ਇੰਡਸਟਰੀ ਨੇ op ਪ੍ਰਾਈਸ ਫਿਕਸ ਕੀਤਾ ਤੇ oq ਕੁਆਂਟੀਟੀ ਹੋਈ ਹੈ। s ਤੇ d ਇੱਥੇ ਇਕੁਅਲ ਨੇ, ਤਾਂ ਇੱਥੇ ਜਿਹੜੀ ਆਪਣੀ ਫਰਮ ਹੈ ਉਹਦੇ ਵਿੱਚ op ਪ੍ਰਾਈਸ ਫਿਕਸ ਹੋਇਆ ਹੈ ਤੇ om ਕੁਆਂਟੀਟੀ ਉੱਥੇ ਪ੍ਰੋਡਿਊਸ ਹੋ ਰਹੀ ਹੈ। ਤੇ ਉੱਥੇ ਕਿਹਦੇ ਵਿੱਚ ਹੈ, ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ ਤੇ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੈ, ਜਿੱਥੇ SAC ਇਜ਼ ਇਕੁਅਲ ਟੂ SMC ਇਜ਼ ਇਕੁਅਲ ਟੂ AR ਇਜ਼ ਇਕੁਅਲ ਟੂ MR ਹੈ, ਠੀਕ ਹੈ। ਤਾਂ ਜਿੱਥੇ OM ਪ੍ਰੋਡਕਸ਼ਨ ਹੋ ਰਹੀ ਹੈ ਐਂਡ OP ਪ੍ਰਾਈਸ ਹੈ, ਉੱਥੇ ਇੱਕ ਫਰਮ ਕੀ ਹੈ, ਇਕੁਇਲਿਬਰੀਅਮ ਦੇ ਵਿੱਚ ਹੈ ਐਂਡ ਇੱਥੇ OQ ਕੁਆਂਟੀਟੀ ਐਂਡ OP ਪ੍ਰਾਈਸ ਦੇ ਇੰਡਸਟਰੀ ਇਕੁਇਲਿਬਰੀਅਮ ਦੇ ਵਿੱਚ ਹੈ। ਸਪੋਜ਼ ਹੁਣ ਮੰਨ ਲਓ ਕਹਿੰਦੇ ਸਪੋਜ਼ਿੰਗ ਇੰਡਸਟਰੀ ਡਿਮਾਂਡ ਇਨਕਰੀਜ਼ਸ ਟੂ D1। ਇੰਡਸਟਰੀ ਦੇ ਥਰੂ ਜਿਹੜੀ ਡਿਮਾਂਡ ਹੈ ਇਨਕਰੀਜ਼ ਹੋਗੀ ਇੰਡਸਟਰੀ ਦੇ ਪ੍ਰੋਡਕਟਸ ਦੇ ਥਰੂ। ਤਾਂ ਡਿਮਾਂਡ ਇਨਕਰੀਜ਼ ਹੋ ਕੇ ਕਿੰਨੀ ਬਣ ਗਈ, D1 ਇਜ਼ ਦਾ ਨਿਊ ਡਿਮਾਂਡ ਕਰਵ। ਤਾਂ ਕੀ ਹੋਗਾ, ਇਨ ਵਟ ਇਵੈਂਟਸ ਇਨ ਸ਼ਾਰਟ ਰਨ ਪ੍ਰਾਈਸ ਆਫ ਦਾ ਇੰਡਸਟਰੀ ਵਿਲ ਇਨਕਰੀਜ਼। ਤਾਂ ਕੀ ਆ, ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਕੀ ਆ, ਜਿਹੜੀ ਆਪਣੀ ਇੰਡਸਟਰੀ ਦੇ ਥਰੂ ਸ਼ਾਰਟ ਰਨ ਦੇ ਵਿੱਚ ਪ੍ਰਾਈਸਿਸ ਕੀ ਹੋਣਗੀਆਂ, ਉਹ ਇਨਕਰੀਜ਼ ਹੋਣਗੀਆਂ। ਪ੍ਰਾਈਸਿਸ ਇਨਕਰੀਜ਼ ਹੋ ਕੇ ਕਿੰਨੀਆਂ ਹੋ ਗਈਆਂ, ਡਿਮਾਂਡ ਇਨਕਰੀਜ਼ ਹੋਣ ਦੇ ਨਾਲ, ਕਿਉਂਕਿ ਐਸਐਸ ਕਰਵ ਨੂੰ ਜਿਹੜੀ ਪਹਿਲਾ ਸਪਲਾਈ ਕਰਵ ਹੈ ਉਹਨੂੰ D1 ਡਿਮਾਂਡ ਕਰਵ ਕਿੱਥੋਂ ਕੱਟ ਕਰਨਗੇ, ਨਿਊ ਪੁਆਇੰਟ ਤੋਂ ਕੱਟ ਕਰਨਗੇ। ਪ੍ਰਾਈਸ ਆਪਣਾ ਇਨਕਰੀਜ਼ ਹੋ ਕੇ P ਤੋਂ P1 ਹੋ ਜਾਏਗਾ ਐਂਡ ਕੁਆਂਟੀਟੀ ਇਨਕਰੀਜ਼ ਹੋ ਕੇ Q ਤੋਂ Q1 ਹੋ ਜਾਏਗੀ, ठीक है। In order to maximize its profit as the new price, the firm will increase in output at OM। ਤਾਂ ਕਹਿੰਦੇ ਹੁਣ ਕੀ ਆ, ਪ੍ਰੋਫਿਟ ਲੈਣ ਦੇ ਲਈ ਜਿਹੜੀ ਆਪਣੀ ਫਰਮ ਹੈ ਉਹ ਵੀ ਆਊਟਪੁੱਟ ਨੂੰ ਇਨਕਰੀਜ਼ ਕਰੇਗੀ। ਪ੍ਰਾਈਸਿਸ ਫਰਮ ਦੇ ਵਿੱਚ ਵੀ ਇੰਡਸਟਰੀ ਨੇ OP1 ਫਿਕਸ ਕੀਤਾ ਤਾਂ ਫਰਮ ਦੇ ਵਿੱਚ ਵੀ OP1 ਫਿਕਸ ਹੋ ਗਿਆ। ਤਾਂ ਤੁਸੀਂ ਸੇਮ ਉਹੀ ਕਰਵ ਤੇ ਦੇਖ ਸਕਦੇ ਹੋ SMC। ਹੁਣ ਜਿਹੜੀ A ਪੁਆਇੰਟ ਤੇ ਕੱਟ ਕਰ ਰਹੀ ਹੈ ਆਪਣੀ SMC ਨੂੰ, ਜਿਹੜੀ ਹੈ ਆਪਣੀ ਪ੍ਰਾਈਸ ਕਰਵ P1 ਕਰਵ, ਤਾਂ ਤੇ ਨਿਊ ਆਊਟਪੁੱਟ ਕਿੰਨੀ ਆ, ON ਆਊਟਪੁੱਟ ਆਪਣੀ ਇਨਕਰੀਜ਼ ਹੋ ਗਈ। ਤਾਂ ਫਿਰ ਇੱਥੇ ਕੀ ਹੋਇਆ, ਨਿਊ ਪ੍ਰਾਈਸ ਕਰਵ की PV1 बनी, इंडस्ट्री आउटपुट will increase to OQ1 since the long run firm enjoys supernormal profit equivalent to AB ਪਰ यूनिट। ਹੁਣ ਲੌਂਗ ਰਨ ਦੇ ਵਿੱਚ ਦੇਖੋ ਆਪਣਾ ਐਵਰੇਜ ਰੈਵਨਿਊ P ਕਰਵ ਤੋਂ P1 ਤੇ ਵਧਿਆ, ਪ੍ਰਾਈਸ P ਤੋਂ P1 ਵਧਿਆ ਫਰਮ ਦੀ। ਤਾਂ ਇੱਥੇ AB ਹੈ ਜਿਹੜਾ ਇੱਕ ਫਰਮ ਕੀ ਆ, ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੈ। ਤਾਂ ਜਦੋਂ ਫਰਮ ਸੁਪਰ ਨਾਰਮਲ ਪ੍ਰੋਫਿਟ ਅਰਨ ਕਰੇਗੀ ਤਾਂ ਇਹਨੂੰ ਦੇਖ ਕੇ ਜਿਹੜੀਆਂ ਨਿਊ ਫਰਮਸ ਨੇ ਉਹ ਇੰਡਸਟਰੀ ਦੇ ਵਿੱਚ ਐਂਟਰ ਹੋ ਜਾਣਗੀਆਂ। जब न्यू फर्म्स एंटर हुई है एक फर्म में सुपरनॉर्मल प्रॉफिट अर्न करते हुए, तो फिर इधर की हो गया, अपनी सप्लाई इंक्रीज होगी। सप्लाई इंक्रीज होके कितनी हो जाएगी, S1 हो जाएगी इंडस्ट्री के थ्रू। तो फिर किया सब जी S1 सप्लाई करवा और D1 डिमांड कर न्यू पॉइंट तो कट करेंगे, जो कि शो करेगा प्राइस डिक्रीज होके कितना P2 हो जाएगा P1 तो, क्योंकि सप्लाई इंक्रीज होगी इंडस्ट्री की न्यू फर्म्स एंटर करने देना। प्राइस कट के P1 तो P2 हो गया, क्वांटिटी इंक्रीज हो गई Q तो Q2 होगी, ठीक है। क्वांटिटी भी इंक्रीज हुई। ਤਾਂ ਹੁਣ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਫਰਮ ਦੇ ਵਿੱਚ ਕੀ ਆ, ਪ੍ਰਾਈਸਿਸ ਡਿਕਰੀਜ਼, ਕਿਉਂਕਿ ਇੰਡਸਟਰੀ ਦੇ ਵਿੱਚ P2 ਡਿਕਰੀਜ਼ ਤਾਂ ਫਰਮ ਦੇ ਵਿੱਚ ਵੀ P2 ਡਿਕਰੀਜ਼ ਹੋ ਗਿਆ। ਤਾਂ P2 ਪ੍ਰਾਈਸ ਡਿਕਰੀਜ਼ ਹੋਣ ਦੇ ਨਾਲ ਤਾਂ ਨਿਊ ਪਲਾਂਟ ਸੈਟਅਪ ਹੋਏਗਾ ਲੌਂਗ ਰਨ ਦੇ ਵਿੱਚ, ਠੀਕ ਆ। ਕੁਆਂਟੀਟੀ ਘਟ ਜਾਏਗੀ ਕਿਉਂਕਿ ਪ੍ਰਾਈਸ ਘਟ ਗਿਆ, क्वांटिटी कट के RM तो OR हो जाएगी, न्यू इक्विलिब्रियम पॉइंट बनेगा जो कि शो करेगा इंक्रीज इन कॉस्ट शो करेगा। तो तुम इतने देख सकते हो जब कहते अपना एंट्री ऑफ अ न्यू फर्म्स विल ब्रिंग डाउन द प्रॉफिट ऑफ द फर्म्स एट टू अकाउंट्स
fall in the price of one hand and rise in the cost of other hand. Ultimately, so many firms enter the industry, the price of the products falls steeply and cost rise substantially. ठीक है? This causes new price OP2 to once again equal to minimum long run average cost LAC1. LAC1 ਜਿਹੜੀ ਆਪਣੀ cost है increase हो जाएगी, price decrease होने ਦੇ ਨਾਲ that your firm get only normal profit in the situations new firm will stop entering the industry. The new firms enter current to stop करके the firm gets only normal profit in this situation. New firms will stop the entering the price OP but less than short run high price OP1. Firms new firms equilibrium output ORV will be less than OM output. ਹੁਣ देखो OM तो घट है, ठीक है, तबकि अपनी एवरेज कॉस्ट ज्यादा है लेकिन अपना प्राइस घट है, ठीक है, इक्विलिब्रियम की पोजीशन है ओनली। ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਲੌਂਗ ਰਨ ਦੀ ਸਪਲਾਈ ਹੈ ਆਪਣੀ ਕੀ ਹੈ LS ਕਰਵ। ਡਿਫਰੈਂਟ 2 ਪੁਆਇੰਟਸ ਨੂੰ ਆਪਾਂ ਮਿਲਾਵਾਂਗੇ ਤਾਂ ਦੋਨਾਂ ਨੂੰ ਮਿਲਾ ਕੇ ਜਿੱਥੇ SS ਤੇ DD ਕਰਵਸ ਇੱਕ ਦੂਸਰੇ ਨੂੰ ਕੱਟ ਰਹੇ ਨੇ ਉਹ ਲੌਂਗ ਰਨ ਸਪਲਾਈ ਕਰਵ ਬਣ ਜਾਏਗੀ। LS it joins all the long run equilibrium points of the industry. It slopes upward in cases of demand of the industry increases. Firm equilibrium output must decreases. Firm equilibrium output decrease हो गया, but in reality it needs not to be. Firm's output may increase or decrease. The remain the same. It depends on the manners of which the cost curves of the industry moves upward. The cost curve ਤੁਸੀਂ ਦੇਖ ਸਕਦੇ ਹੋ ਜਿਹੜੀ ਇੰਡਸਟਰੀ ਦੀ ਹੈ ਉਹ move upward। ਜਿਹੜੀ LS curve ਹੈ वो अपनी की दिखा रही है पॉजिटिव दिखा रही है, आउटपुट इंक्रीज होने नाल प्राइसेस भी इंक्रीज हो रहा है। इट्स मींस की अपनी ਜਿਹੜੀ कॉस्ट है वो की हो रही है इंक्रीज हो रही है क्योंकि LS लॉन्ग रन सप्लाई कर्व है ਜਿਹੜੀ ਕਿ अपनी पॉजिटिव है अपवर्ड है। ਤਾਂ ਇੱਥੇ ਕੀ ਆ ਆਪਣੀ ਜਿੰਨੀ ਆਊਟਪੁੱਟ ਵਧਾਵਾਂਗੇ ਆਪਣੀ ਕਾਸਟ ਵੀ ਉਨੀ ਕੀ ਹੋਏਗੀ ਇੰਕਰੀਜ਼ ਹੋਏਗੀ। ਐਂਡ ਦ ਨੈਕਸਟ ਇਜ਼ ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਕਿ ਫਰਮ ਦੇ ਥਰੂ ਆਪਣੀ प्रोडक्शन घटी आ OR लेकिन कॉस्ट अपनी की होगी इंक्रीज होगी। पहला अपनी कॉस्ट OP सी लेकिन बाद में कॉस्ट OP2, ठीक है, जबकि क्वांटिटी अपनी फर्म दी प्रोडक्शन दी OM तो घट के कितनी होगी OR। अगे दीर्घकालीन सीमांत संतुलन सीमांत लागत वाले उद्योग ਵਿੱਚ ਕਹਿੰਦੇ ਇਹਦੇ ਵਿੱਚ ਕੀ ਆ लॉन्ग रन इक्विलिब्रियम इन कांस्टेंट कॉस्ट इंडस्ट्रीज ਦੇ ਵਿੱਚ ਤੁਸੀਂ ਦੇਖ ਸਕਦੇ ਹੋ लॉन्ग रन इक्विलिब्रियम इन कांस्टेंट कॉस्ट इंडस्ट्री। Constant cost industry is one where average cost remains constant irrespective of the increase or decrease of production। ताकि कहते हैं अपन प्रोडक्शन ਦੇ ਵਿੱਚ increase करिए चाहे decrease करिए लेकिन ਜਿਹੜੀ अपनी average cost अपनी same रहेगी, पहला वाली position पे आ जाएगी। Firms in such an equilibrium neither enjoy external economics or nor suffer external diseconomics। कहते हैं ਵਿੱਚ economics is benefits है ਆਪਾਂ ਨੂੰ ਜਿਹੜੇ ਲਾਸ ਨੇ ਉਹ ਨਹੀਂ ਹੋਣਗੇ। ਲੌਂਗ ਰਨ ਇਕੁਇਲਿਬਰੀਅਮ ਅੰਡਰ ਕਾਂਸਟੈਂਟ ਕਾਸਟ ਇੰਡਸਟਰੀ ਐਕਸਪਲੇਨਸ ਵਿਦ ਦ ਹੈਲਪ ਆਫ ਡਾਇਗਰਾਮ। ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਜਿਹੜੀ ਸ਼ਾਰਟ ਰਨ ਐਵਰੇਜ ਕਾਸਟ ਕਰਵ ਹੈ SAC ਆ ਐਂਡ ਸ਼ਾਰਟ ਰਨ ਮਾਰਜਨਲ ਕਾਸਟ ਕਰਵ ਹੈ ਦਿਸ ਇਜ਼ ਅ SMC, ਠੀਕ ਹੈ। ਉਸ ਤੋਂ ਬਾਅਦ ਲੌਂਗ ਰਨ ਦੀ ਐਵਰੇਜ ਕਾਸਟ ਕਰਵ LAC ਐਂਡ ਲੌਂਗ ਰਨ ਦੀ ਜਿਹੜੀ ਹੈ ਐਵਰੇਜ ਰੈਵਨਿਊ ਕਰਵ। तो ਤੁਸੀਂ ਦੇਖ ਰਹੇ ਹੋ ਕਿ AR ਇਜ਼ ਇਕੁਅਲ ਟੂ MR, ਠੀਕ ਹੈ, ਦੈਟ ਇਜ਼ ਅ POP। ਤਾਂ ਤੁਸੀਂ ਸਭ ਤੋਂ ਪਹਿਲਾਂ ਇੰਡਸਟਰੀ ਦੇ ਵਿੱਚ ਦੇਖ ਸਕਦੇ ਹੋ ਇੰਡਸਟਰੀ ਦੇ ਵਿੱਚ ਜੋ ਆਪਣੀ ਹੈ DD ਇਜ਼ ਅ ਡਿਮਾਂਡ ਕਰਵ, ਇਨੀਸ਼ੀਅਲ ਡਿਮਾਂਡ ਕਰਵ ਐਂਡ SS ਇਜ਼ ਅ ਇਨੀਸ਼ੀਅਲ ਸਪਲਾਈ ਕਰਵ। ਤਾਂ ਇੱਥੇ ਇੱਕ ਦੂਸਰੇ ਨੂੰ ਕੱਟ ਰਹੇ ਨੇ ਤਾਂ ਉੱਥੇ OQ ਕੁਆਂਟੀਟੀ ਪ੍ਰੋਡਿਊਸ ਹੋ ਰਹੀ ਹੈ ਐਂਡ OP ਇਜ਼ ਅ ਇਕੁਇਲਿਬਰੀਅਮ ਪ੍ਰਾਈਸ ਜੋ ਇੰਡਸਟਰੀ ਨੇ ਫਿਕਸ ਕੀਤਾ ਹੈ। ਤਾਂ ਫਰਮ ਦੀ OP ਪ੍ਰਾਈਸ ਤੇ ਆਪਣੇ ਗੁੱਡਸ ਨੂੰ ਸੇਲ ਕਰ ਰਹੀ ਹੈ ਤੇ ਇੱਥੇ OM ਆਊਟਪੁੱਟ ਹੋ ਰਹੀ ਹੈ ਜਿੱਥੇ ਇੱਕ ਫਰਮ ਕੀ ਦੇ ਵਿੱਚ ਹੈ ਇਕੁਇਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੈ। ਤੇ ਉਸ ਤੋਂ ਬਾਅਦ ਕਹਿੰਦੇ ਡਿਮਾਂਡ ਇੰਕਰੀਜ਼ ਹੋ ਗਈ ਇੰਡਸਟਰੀ ਦੇ ਵਿੱਚ ਪ੍ਰੋਡਕਟਸ ਦੀ ਡਿਮਾਂਡ ਇੰਕਰੀਜ਼ ਹੋ ਗਈ D1 ਹੋ ਗਈ ਤਾਂ SS ਕਰਵ ਨੂੰ ਨਿਊ ਪੁਆਇੰਟ ਤੋਂ ਕੱਟ ਕਰੇਗੀ। ਡਿਮਾਂਡ ਇੰਕਰੀਜ਼ ਹੋਣ ਦੇ ਨਾਲ ਇੰਡਸਟਰੀ ਦੇ ਵਿੱਚ ਜਿਹੜੀ ਪ੍ਰਾਈਸਿਸ ਉਹ ਵੀ ਇੰਕਰੀਜ਼ ਹੋ ਕੇ P ਤੋਂ P1 ਹੋ ਜਾਏਗੀ ਤੇ ਕੁਆਂਟੀਟੀ Q ਤੋਂ Q1 ਹੋ ਜਾਏਗੀ। ਐਂਡ ਇੱਧਰ ਕੀ ਆ ਹੁਣ ਕਹਿੰਦੇ ਪ੍ਰਾਈਸਿਸ ਇੰਕਰੀਜ਼ ਹੋਣ ਦੇ ਨਾਲ ਇੱਕ ਫਰਮ ਨੂੰ ਕੀ ਹੋ ਗਿਆ ਸੁਪਰ ਨਾਰਮਲ ਪ੍ਰੋਫਿਟ ਅਰਨ ਹੋਣ ਲੱਗ ਗਿਆ ਕਿਉਂਕਿ ਜਿਹੜੀ ਅभी AR ਕਰਵ है प्राइस कब है ऊपर शिफ्ट होगी P तो P1 शिफ्ट होगी तो कितना प्रॉफिट इंक्रीज होया अपना AB प्रॉफिट इंक्रीज होया।
ਤਾਂ ਇਹ ਵੀ ਪ੍ਰੋਫਿਟ ਇਨਕਰੀਜ਼ ਹੋਣ ਦੇ ਨਾਲ ਨਿਊ ਫਰਮਸ ਨੇ ਐਂਟਰ ਕੀਤਾ, ਨਿਊ ਫਰਮਸ ਐਂਟਰ ਹੋਣ ਦੇ ਨਾਲ ਜਿਹੜੀ ਸਪਲਾਈ ਹੈ ਇੰਡਸਟਰੀ ਦੀ ਉਹ ਵੱਧ ਜਾਏਗੀ। S1 ਦਿਸ ਇਜ਼ ਅ ਨਿਊ ਸਪਲਾਈ ਕਰਵ, ਜਿਹੜੀ ਸਪਲਾਈ ਕਰਵ ਹੈ ਰਾਈਟਵਰਡ ਸ਼ਿਫਟ ਹੋ ਜਾਏਗੀ, ਸਪਲਾਈ ਦੇ ਵਿੱਚ ਇਨਕਰੀਜ਼ ਹੋ ਜਾਏਗਾ। ਤਾਂ ਜਿਹੜੀ ਆਪਣੀ D1 ਕਰਵ ਹੈ ਉਹਨੂੰ ਨਿਊ ਪੁਆਇੰਟ ਤੇ ਕੱਟ ਕਰਨਗੇ ਤਾਂ ਇੱਥੇ ਸੇਮ ਕਹਿੰਦੇ ਪੀ ਪੁਆਇੰਟ ਤੇ ਜਦੋਂ ਸਪਲਾਈ ਵਧ ਗਈ ਤਾਂ ਪ੍ਰਾਈਸ ਆਪਣੀ ਜਿੰਨੀ ਵਧੀ ਸੀਗੀ ਉਨੀ ਹੀ ਘਟ ਗਈ, ਕਿਉਂਕਿ ਉਨੀ ਉਹ ਸਪਲਾਈ ਇਨਕਰੀਜ਼ ਹੋ ਗਈ। ਤਾਂ ਸੇਮ ਆਪਾਂ ਉਸੇ ਪ੍ਰਾइस लाइन पे आ गए, P1 तो P ਤੇ ਆ ਗਏ ਤਾਂ ਕੁਆਂਟੀਟੀ ਇਨਕਰੀਜ਼ ਹੋ ਗਈ, ਕਿੰਨੀ ਹੋਗੀ Q ਤੋਂ Q2 ਹੋਗੀ। ਐਂਡ ਉਸ ਤੋਂ ਬਾਅਦ ਜਿੰਨੀ ਸਪਲਾਈ ਮੀਨਸ ਡਿਮਾਂਡ ਇਨਕਰੀਜ਼ ਹੋਈ ਸੀ ਸਪਲਾਈ ਉਨੀ ਹੀ ਇਨਕਰੀਜ਼ ਹੋ ਗਈ। ਤਾਂ ਇੱਧਰ ਵੀ ਸੇਮ ਕਹਿੰਦੇ ਪ੍ਰਾइस ਘਟ ਗਈ, ਆਪਾਂ ਫਿਰ ਤੋਂ P1 ਤੋਂ P ਪੁਆਇੰਟ ਤੇ ਆ ਗਏ, ਠੀਕ ਹੈ ਪ੍ਰਾइस ਆਪਣੀ ਘਟੀ ਤਾਂ ਫਿਰ ਆਪਾਂ ਸੇਮ ਉਸ ਇਕੁਇਲਿਬ੍ਰੀਅਮ ਪੁਆਇੰਟ ਤੇ ਆ ਗਏ ਤੇ ਆਪਣੀ ਜਿਹੜੀ ਆਊਟਪੁੱਟ ਹੈ ਉਹ ਵੀ ਇਨਕਰੀਜ਼ ਹੋ ਗਈ, OM ਤੋਂ ON ਹੋ ਗਈ। ਤੇ ਇੱਧਰ ਵੀ ਆਪਣੀ Q ਤੋਂ ਪਹਿਲਾਂ Q1 ਫਿਰ Q2 ਠੀਕ ਹੈ ਇਨਕਰੀਜ਼ ਹੋਇਆ ਆਪਣੀ ਆਊਟਪੁੱਟ ਦੇ ਵਿੱਚ, ਲੇਕਿਨ ਪ੍ਰਾਈਸ ਆਪਣੀ ਪਹਿਲਾਂ ਜਿੰਨੀ ਹੋਈ ਹੈ, ਕਾਸਟ ਆਪਣੀ ਪਹਿਲਾਂ ਜਿੰਨੀ ਹੋਈ ਹੈ, ਕਾਸਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਨਕਰੀਜ਼ ਨਹੀਂ ਹੋਇਆ ਹੈ। ਤਾਂ ਇੱਥੇ ਕਾਂਸਟੈਂਟ ਕਾਸਟ ਵਾਲਾ ਜਿਹੜਾ ਲਾਅ ਅਪਲਾਈ ਹੁੰਦਾ ਹੈ, ਤੁਸੀਂ ਜਿੱਥੇ ਡੀਡੀ ਤੇ ਡੀਡੀ ਕਰਵ ਤੇ ਐਸਐਸ ਕਰਵ ਤੇ S1 D1 ਕਰਵ ਇੱਕ ਦੂਸਰੇ ਨੂੰ ਕੱਟ ਰਹੇ ਨੇ, ਉਸ ਨੂੰ ਅਗਰ ਮਿਲਾਓਗੇ ਤਾਂ LS ਕਰਵ ਆਪਣੀ ਕਾਂਸਟੈਂਟ ਬਣੇਗੀ, ਜੋ ਕਾਂਸਟੈਂਟ ਇਨਕਰੀਜ਼ ਦੱਸ ਰਹੀ ਹੈ ਬਿਟਵੀਨ ਦ ਆਊਟਪੁੱਟ ਐਂਡ ਪ੍ਰਾइस ਕਾਸਟ। ਅੱਗੇ ਕੀ ਹੈ ਦੀਰਘਕਾਲੀਨ ਸੰਤੁਲਨ ਤੇ ਘਟਦੀ ਲਾਗਤ ਵਾਲੇ ਉਦਯੋਗ। ਇਹਦੇ ਵਿੱਚ ਕੀ ਆ ਆਪਣੀ ਜਦੋਂ ਆਪਣੇ ਰਿਟਰਨਸ ਨੇ ਜਿਹੜੇ ਉਹ ਇਨਕਰੀਜ਼ਿੰਗ ਹੁੰਦੇ ਨੇ ਮੀਨਸ ਆਊਟਪੁੱਟ ਵੱਧਦੀ ਹੈ ਤਾਂ ਆਪਣੀ ਜਿਹੜੀ ਕਾਸਟ ਹੈ ਉਹ ਡਿਕਰੀਜ਼ ਹੁੰਦੀ ਹੈ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਡਸਟਰੀ ਦੇ ਵਿੱਚ ਜਦੋਂ ਪ੍ਰੋਡਕਸ਼ਨ ਵਧਾਵਾਂਗੇ ਤਾਂ ਜਿਹੜੀ ਆਪਣੀ ਕਾਸਟ ਹੈ ਉਹ ਕੀ ਹੋਏਗੀ ਡਿਕਰੀਜ਼ ਹੋਏਗੀ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਸੇਮ ਜਿਹੜੀ ਆਪਣੀ ਇੰਡਸਟਰੀ ਦੇ ਵਿੱਚ ਕੀ ਆ ਜਿਹੜੀ ਆਪਣੀ ਫਰਸਟਲੀ ਇਨੀਸ਼ੀਅਲ ਡਿਮਾਂਡ ਕਰਵ ਹੈ ਦਿਸ ਇਜ਼ ਦਾ ਡੀਡੀ ਐਂਡ ਸਪਲਾਈ ਕਰਵ ਇਜ਼ ਦਾ ਐਸਐਸ ਤੇ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਕੱਟ ਕਰ ਰਹੇ ਨੇ ਇਕੁਇਲਿਬ੍ਰੀਅਮ ਪ੍ਰਾइस इज द ओपी एंड OQ इज द आउटपुट जो इंडस्ट्री ने फिक्स की हुई है। तो एक फर्म के विच भी OP प्राइस से जी प्रोडक्शन है वो सेल हो रही है, इक्विलिब्रियम है एंड OM आउटपुट है जी प्रोड्यूस हो रही है। तो लॉन्ग रन एवरेज कॉस्ट कव LAC, शॉर्ट रन एवरेज कॉस्ट कव SAC, SMC ते AMR AR सारिया कव्स एक दूसरे के इक्वल ने। तो ये जो पॉइंट है एक फर्म इक्विलिब्रियम की पोजीशन पे जिथे OM आउटपुट है जी प्रोड्यूस हो गई। ਹੁਣ ਇੱਕ ਇੰਡਸਟਰੀ ਦੇ ਵਿੱਚ ਡਿਮਾਂਡ ਇਨਕਰੀਜ਼ ਹੋ ਗਈ, D1 ਹੋ ਗਈ ਤਾਂ ਜਿਹੜੀ ਨਿਊ ਜਿਹੜੀ ਸਪਲਾਈ ਕਰਵ ਹੈ ਆਪਣੀ SS ਕਰਵ ਉਹਨੂੰ D1 ਕਰਵ ਤੇ ਆਪਾਂ ਕੱਟ ਕਰਾਂਗੇ ਤਾਂ ਆਪਣਾ ਜਿਹੜਾ ਪ੍ਰਾਈਸਿਸ ਹੈ ਡਿਮਾਂਡ ਇਨਕਰੀਜ਼ ਹੋਣ ਦੇ ਨਾਲ P ਤੋਂ P1 ਡਿਕਰੀਜ਼ ਹੋ ਜਾਏਗਾ, ਆਊਟਪੁੱਟ ਕਹਿੰਦੇ Q ਤੋਂ Q1 ਹੋ ਜਾਏਗੀ ਐਂਡ ਇੱਧਰ ਵੀ ਪ੍ਰਾਈਸ ਫਾਰਮ ਦੇ ਵਿੱਚ P ਤੋਂ P1 ਪ੍ਰਾਈਸਿਸ ਇਨਕਰੀਜ਼ ਹੋ ਜਾਏਗਾ ਜਿਹਦੇ ਨਾਲ ਕੀ ਹੈ ਆਪਣਾ ਪ੍ਰਾਈਸ ਕਾਸਟ ਨਾਲੋਂ ਇਨਕਰੀਜ਼ ਹੋ ਜਾਏਗਾ। ਮਤਲਬ ਇਹ ਵੀ ਆਪਾਂ ਨੂੰ ਜਿਹੜਾ ਹੈ ਰੈਵਨਿਊ ਇਨਕਰੀਜ਼ ਹੋਏਗਾ ਕਿਉਂਕਿ ਕਾਸਟ ਕਰਵ ਆਪਣੀ ਨੀਚੇ ਹੈ, ਐਵਰੇਜ ਕਾਸਟ ਕਰਵ B ਪੁਆਇੰਟ ਤੇ ਐਂਡ ਜਿਹੜਾ ਰੈਵਨਿਊ ਹੈ ਦਿਸ ਇਜ਼ ਦਾ A ਪੁਆਇੰਟ, A ਵੀ ਦਿਸ ਇਜ਼ ਦਾ ਸੁਪਰ ਨਾਰਮਲ ਪ੍ਰੋਫਿਟ। ਤਾਂ ਇਹਨੂੰ ਦੇਖ ਕੇ ਨਿਊ ਫਰਮਸ ਐਂਟਰ ਹੋਈਆਂ ਇੰਡਸਟਰੀ ਦੇ ਵਿੱਚ, ਠੀਕ ਹੈ ਤਾਂ ਨਿਊ ਫਰਮਸ ਐਂਟਰ ਹੋਣ ਦੇ ਨਾਲ ਆਪਣੀ ਪ੍ਰੋਡਕਸ਼ਨ ਇਨਕਰੀਜ਼ ਹੋਗੀ, ਸਪਲਾਈ ਇਨਕਰੀਜ਼ ਹੋਗੀ ਤਾਂ ਨਿਊ ਸਪਲਾਈ ਕਰਵ ਬਣੇਗੀ S1 ਬਹੁਤ ਜ਼ਿਆਦਾ ਸਪਲਾਈ ਇਨਕਰੀਜ਼ ਹੋਗੀ। S1 ਕਰਵ ਦਾ ਗੈਪ ਡਾਲਾਂਗੇ ਆਪਾਂ, ਠੀਕ ਹੈ ਜਦਕਿ ਪਹਿਲਾਂ ਆਪਾਂ ਨੇ ਜਦੋਂ ਵੱਧਦੀ ਲਾਗਤ ਦਿਖਾਇਆ ਸੀ ਤਾਂ ਗੈਪ ਘੱਟ ਸੀ ਸਪਲਾਈ ਦਾ ਡਿਮਾਂਡ ਦੇ ਨਾਲ, ਲੇਕਿਨ ਹੁਣ ਡਿਮਾਂਡ ਦੇ ਨਾਲੋਂ ਸਪਲਾਈ ਦਾ ਗੈਪ ਜ਼ਿਆਦਾ ਰੱਖਾਂਗੇ ਜਿਹਦੇ ਨਾਲ ਆਪਾਂ ਜਿਹੜੀ ਕਾਸਟ ਉਹਨੂੰ ਡਿਕਰੀਜ਼ ਦੱਸਾਂਗੇ ਐਂਡ ਤੇ ਕੁਆਂਟੀਟੀ ਜ਼ਿਆਦਾ ਇਨਕਰੀਜ਼ ਹੋਏਗੀ। ਤਾਂ S1 ਜਿਸ ਦਾ ਨਿਊ ਸਪਲਾਈ ਕਰਵ ਜੋ D1 ਨੂੰ ਨਿਊ ਪੁਆਇੰਟ ਤੇ ਕੱਟ ਕਰੇਗੀ ਤਾਂ ਸਪਲਾਈ ਵਧਣ ਦੇ ਨਾਲ ਇੰਡਸਟਰੀ ਦੇ ਥਰੂ ਜਿਹੜਾ ਪ੍ਰਾਈਸ ਹੈ ਉਹ ਘਟ ਕੇ ਦੇਖੋ ਪ੍ਰਾਈਸ ਕਿੰਨਾ ਘਟਿਆ, प्राइस कट के P1 तो P2 आ जाएगा, पहला वाले प्राइस तो भी डाउन गया, प्राइस P2 गया क्योंकि प्रोडक्शन बहुत ज़्यादा इंक्रीज हुई। प्रोडक्शन ता इंक्रीज होगी क्योंकि डिमिनिशिंग कॉस्ट आ रही है। तो इधर तुम देख सकते हो अपना जो इक्विलिब्रियम है तो फर्म के भी प्राइस कट के P2 चला गया, प्राइस कटन के नाल P2 की हो गया अपना जो न्यू इक्विलिब्रियम पॉइंट है वो बनिया जिथे LAC1 SMC1 SAC ਜਿਹੜੀਆਂ ਫਰਮਸ ਨੇ ਇੱਕ ਦੂਸਰੇ ਨੂੰ ਕੀ ਕਰ ਰਹੀਆਂ ਨੇ ਕੱਟ ਕਰ ਰਹੀਆਂ ਨੇ ਤਾਂ ਇੱਥੇ ਨਿਊ ਇਕੁਇਲਿਬ੍ਰੀਅਮ ਪੁਆਇੰਟ ਤੇ ਆਪਣੀ ਪ੍ਰੋਡਕਸ਼ਨ ਫਰਮ ਦੇ ਥਰੂ ਵੱਧ ਕੇ ਕਿੰਨੀ ਹੋਗੀ OR ਪ੍ਰੋਡਕਸ਼ਨ ਇਨਕਰੀਜ਼ ਹੋਈ ਹੈ, ठीक है एंड प्राइस डिक्रीज होया P2 क्योंकि प्राइस भी कॉस्ट की सप्लाई के थ्रू फिक्स किया गया है। सप्लाई इंक्रीज हुई है अपनी इंडस्ट्री के विच टोटल सप्लाई Q1 तो इंक्रीज हो के कितनी होगी Q2 इंक्रीज होगी। तो आप जेडे DD ते SS कर्व वाले पॉइंट्स ने एक दूसरे नाल मिलावांगे तो तुसीं देखो जी अपनी LS कर्व है लॉन्ग रन की सप्लाई कर्व की है लैफ्ट राइट डाउनवर्ड है जो नेगेटिव रिलेशनशिप दिखा रही है बिटवीन द कॉस्ट एंड आउटपुट
कि आउटपुट इंक्रीज हो रही है तो जी कॉस्ट है अपनी डिक्रीज हो रही है। दिस इज द इंक्रीजिंग रिटर्न्स एंड डिमिनिशिंग कॉस्ट। भी मतलब कि आ लॉन्ग रन ਦੇ ਵਿੱਚ ਕਹਿੰਦੇ ਅਗਰ ਆਊਟਪੁੱਟ ਇਨਕਰੀਜ਼ ਕੀਤੀ ਜਾਏਗੀ ਇੰਡਸਟਰੀ ਦੇ ਥਰੂ ਤਾਂ ਆਪਣੀ ਜਿਹੜੀ ਕਾਸਟ ਹੈ ਉਹ ਕੀ ਹੋਏਗੀ ਡਿਕਰੀਜ਼ ਹੋਏਗੀ। ਜਿਵੇਂ ਕਿ ਇੰਡਸਟਰੀ ਦੇ ਵਿੱਚ ਕਹਿੰਦੇ ਜਿਹੜੀ ਆਊਟਪੁੱਟ ਹੈ ਇਨਕਰੀਜ਼ ਹੋ ਗਈ Q तो पहला Q1 फिर Q2 कॉस्ट आउटपुट इंक्रीज हुई है लेकिन कॉस्ट डिक्रीज हुई है प्राइसेस भी डिक्रीज हो गए अपने P1 तो P2 हो गए ते फर्म ਦੇ ਵਿੱਚ ਵੀ ਕੀ ਆ ਨਿਊ ਇਕੁਇਲਿਬ੍ਰੀਅਮ ਪੁਆਇੰਟ ਬਣਿਆ ठीक है। तो अपनी जी फर्म्स की नॉर्मल प्रॉफिट अर्न कर दिया एंड जी प्रोडक्शन और इंक्रीज होकर की हो जाएगी वो आप हो जाएगी। दिस इज द लॉन्ग रन इक्विलिब्रियम इन द डिमिनिशिंग कॉस्ट इंडस्ट्री। दिस इज आर द थ्री लॉज ਜਿਹੜੇ ਲੌਂਗ ਰਨ ਦੇ ਵਿੱਚ ਅਪਲਾਈ ਹੁੰਦੇ ਨੇ ਜਿੱਥੇ ਆਪਾਂ ਇੰਡਸਟਰੀ ਦਾ ਇਕੁਇਲਿਬ੍ਰੀਅਮ ਦੇਖਿਆ ਤੇ ਇਹ ਸੀ ਆਪਣਾ ਟੌਪਿਕ ਜਿਹਦੇ ਵਿੱਚ ਆਪਾਂ ਨੇ ਇੰਡਸਟਰੀ ਦਾ ਸ਼ਾਰਟ ਰਨ ਤੇ ਲੌਂਗ ਰਨ ਇਕੁਇਲਿਬ੍ਰੀਅਮ। ਸ਼ਾਰਟ ਰਨ ਦੇ ਵਿੱਚ ਇੰਡਸਟਰੀ ਇਕੁਇਲਿਬ੍ਰੀਅਮ ਦੇ ਵਿੱਚ ਉਦੋਂ ਹੋਏਗੀ ਜਦੋਂ ਡਿਮਾਂਡ ਇਕੁਅਲ ਟੂ ਸਪਲਾਈ ਹੋਏਗਾ ਲੇਕਿਨ ਸ਼ਾਰਟ ਰਨ ਦੇ ਵਿੱਚ ਕਹਿੰਦੇ ਇੰਡਸਟਰੀ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਉਹ ਜ਼ਰੂਰੀ ਨਹੀਂ ਹੈਗਾ ਕਿ ਸਾਰੀਆਂ ਹੀ ਨਾਰਮਲ ਪ੍ਰੋਫਿਟ ਅਰਨ ਕਰਨ। ਕਹਿੰਦੇ ਕੋਈ ਫਰਮ ਹੈ ਜਿਹੜੀ ਉਹ ਨਾਰਮਲ ਪ੍ਰੋਫਿਟ ਵੀ ਅਰਨ ਕਰ ਸਕਦੀ ਹੈ ਕੋਈ ਸੁਪਰ ਨਾਰਮਲ ਪ੍ਰੋਫਿਟ ਅਰਨ ਕਰੇਗੀ ਐਂਡ ਕੋਈ ਲਾਸ ਵੀ ਅਰਨ ਕਰੇਗੀ ਜਿਵੇਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਐਂਡ ਲੌਂਗ ਰਨ ਦੇ ਵਿੱਚ ਕਹਿੰਦੇ ਜਿਹੜੀਆਂ ਸਾਰੀਆਂ ਫਰਮਸ ਨੇ ਇੰਡਸਟਰੀ ਦੇ ਵਿੱਚ ਉਹ ਨਾਰਮਲ ਪ੍ਰੋਫਿਟ ਅਰਨ ਕਰਨਗੀਆਂ डिमांड इक्वल टू सप्लाई होएगा उत्थे जड़ी अपनी इंडस्ट्री लॉन्ग रन दे विच इक्विलिब्रियम दे विच होएगी ते थ्री लॉज ने जड़े इंक्रीजिंग कॉस्ट डिक्रीजिंग कॉस्ट ते कांस्टेंट कॉस्ट उन्हां दा भी इंडस्ट्री दे इक्विलिब्रियम ते इफेक्ट पेगा। ते इस तो बाद अपना परफेक्ट कंपटीशन दे विच जड़ी है प्राइस डिटरमिनेशन नेक्स्ट टॉपिक जो अपन नेक्स्ट लेक्चर दे विच करांगे। आज दा अपना एक टॉपिक इत्थे ही खत्म होंदा है।